ਹੁਣ ਜਿਹੜੀ 6 ਤਰੀਕ ਦਾ ਇੱਕ ਚੱਕਾ ਜਾਮ ਦਾ ਜਿਹੜਾ ਸੱਦਾ ਦਿੱਤਾ ਗਿਆ ਹੋਇਆ, ਕਿਹੜੇ ਖਾਸ ਕਾਰਨਾਂ ਨੂੰ ਲੈ ਕੇ ਉਹ ਸੱਦਾ ਦਿੱਤਾ ਗਿਆ ਤੇ ਕੀ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਉੱਤੇ ਇਸ ਚੱਕੇ ਜਾਮ ਦਾ ਕੋਈ ਅਸਰ ਹੋਊਗਾ? ਚੱਕਾ ਜਾਮ ਸਾਡਾ ਇੱਕ ਜ਼ਰੀਆ ਬਣਿਆ ਕਿ ਅਸੀਂ 26 ਤਰੀਕ ਦੀ ਘਟਨਾ ਦਾ ਪ੍ਰਚਾਰ ਲੋਕਾਂ 'ਚ ਕਿਵੇਂ ਲੈ ਕੇ ਜਾਈਏ। ਤੁਸੀਂ ਹੈਰਾਨ ਹੋਵੋਗੇ ਵੀ ਪਾਕਿਸਤਾਨ ਦੀ ਹਿੰਦੁਸਤਾਨ ਦੀ ਹੱਦ ਕਦੇ ਦੇਖੀ ਤੁਸੀਂ ਨਹੀਂ ਗਏ ਹੋਵੋਗੇ ਮੇਰੇ ਖਿਆਲ 'ਚ। ਮੈਂ ਹੱਦ ਦੇਖੀ, ਉੱਥੇ ਤਾਰ ਲੱਗੀ ਹੋਈ, ਕੰਧ ਤਾਂ ਉੱਥੇ ਵੀ ਨਹੀਂ ਕੱਢੀ, ਇੱਥੇ ਕਾਹਦੇ ਵਾਸਤੇ ਕੰਧ ਕੱਢੀ ਹੈ? ਇੱਧਰ ਪਾਕਿਸਤਾਨ ਬੈਠੇ, ਇੱਥੇ ਕੰਧ ਕਾਹਦੇ ਵਾਸਤੇ? ਕੰਧ ਕੱਢਤੀ, ਕਿੱਲ ਲਾਤੇ। ਉਹ ਭਲੇ ਮਾਨਸੋ, ਅਸੀਂ ਦੇਸ਼ ਦੇ ਸ਼ਹਿਰੀ ਹਾਂ, ਅਸੀਂ ਕਿਸਾਨ ਹਾਂ। 2 ਮਹੀਨਿਆਂ ਤੋਂ ਬੈਠੇ ਹਾਂ, ਅਸੀਂ ਤੁਹਾਡਾ ਨਾਕਾ ਨਹੀਂ ਤੇ ਤੋੜਿਆ। ਕੋਈ ਕੱਚਾ ਧਾਗਾ ਬੰਨ੍ਹ ਦਿਓ, ਅਸੀਂ ਉਹ ਨਹੀਂ ਪਾਰ ਕਰਦੇ। ਇੱਕ ਰੱਸੀ ਬੰਨ੍ਹ ਦਿਓ, ਆ ਸਾਡੇ ਰੱਸੀਆਂ ਬੰਨ੍ਹੀਆਂ ਹੋਈਆਂ ਨੇ ਸਟੇਜ ਤੇ, ਰੱਸੀ ਨਹੀਂ ਕੋਈ ਪਾਰ ਕਰਦਾ। ਤੁਸੀਂ ਰੱਸੀਆਂ ਬੰਨ੍ਹ ਦਿਓ, ਕੰਧਾਂ ਕਾਹਤੋਂ ਕੱਢਦੇ ਹੋ? ਆਹ ਕਿੱਲ ਵੀ ਲਾ ਰਹੇ ਹੋ। ਅਸੀਂ ਕੋਈ ਦੁਸ਼ਮਣ ਹਾਂ? ਸਾਨੂੰ ਦੇਸ਼ ਨਹੀਂ ਚਾਹੀਦਾ? ਕਿਹੋ ਜਿਹੀ ਜਮਹੂਰੀਅਤ ਹੈ? ਨੈੱਟ ਬੰਦ ਕਰਤਾ, ਲਾਈਟ ਬੰਦ ਕਰਤੀ, ਪਾਣੀ ਬੰਦ ਕਰਤਾ, ਖਾਪ ਪੰਚਾਇਤਾਂ ਨੂੰ ਹੁਕਮ ਚਾੜਤੇ ਵੀ ਰਾਸ਼ਨ ਦੀ ਸਪਲਾਈ ਨਾ ਕਰੋ। ਕਿਸ ਤਰ੍ਹਾਂ ਦੀ ਕਿਹੋ ਜਿਹੀ ਜਮਹੂਰੀਅਤ, ਕਿਹੋ ਜਿਹਾ ਰਾਜ ਕਰਦੇ ਹੋ? ਕਿਹਦੀ ਖਾਤਰ ਕਰਦੇ ਹੋ? ਕੌਣ ਆ ਅਸੀਂ? ਕਿੱਧਰੋਂ ਆਏ ਆ? ਬਾਹਰਲੇ ਮੁਲਕ ਦੇ ਆਏ ਹੋਏ? ਬੀਜੇਪੀ ਦੇ ਤਿਰੰਗੇ ਲੈ ਕੇ ਕਿਵੇਂ ਮਾਰਚ ਕੀਤਾ, ਹਰਿਆਣੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਹਨੂੰ ਲਾਲ ਕਿਲ੍ਹੇ ਦੇ ਵਿੱਚ ਘਟਨਾ ਕੀ ਸੀ, ਕਿਵੇਂ ਪਲਾਨ ਕੀਤੀ ਹੈ, ਇਹਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬੀਜੇਪੀ ਦੇ ਕਿਰਦਾਰ ਨੂੰ ਨੰਗਾ ਕਰਨ ਦੀ ਖਾਤਰ ਵੀ ਉੱਥੇ ਕੰਧਾਂ ਕੱਢੀਆਂ ਹੋਈਆਂ ਨੇ। ਦੇਖੋ ਜਾ ਕੇ ਆ ਲੱਗੇ ਹੋਏ ਨੇ। ਇਸ ਵੇਲੇ ਹੁਣ ਸਰਕਾਰ ਦੇ ਨਾਲ ਗੱਲਬਾਤ ਦੇ ਕੀ ਅਸਾਰ ਨਜ਼ਰ ਆ ਰਹੇ ਆ? ਪਹਿਲ ਦੀ ਉਮੀਦ ਕਿਹਦੇ ਤੋਂ ਕੀਤੀ ਜਾ ਰਹੀ ਹੈ? ਹੁਣ ਅਸੀਂ ਇਹ ਵੀ ਆਪਦੇ ਤੇਵਰ ਦਿਖਾਵਾਂਗੇ ਨਾ। ਅਸੀਂ ਅੱਜ ਸਾਡਾ ਮੌਕਾ ਹੈ ਨਾ। ਉਹਨੇ ਤਾਂ ਆਪਦਾ ਹਮਲਾ ਕਰ ਲਿਆ, ਅਸੀਂ ਹੁਣ ਹਮਲਾ ਝੱਲ ਲਿਆ। ਇਹਦੇ ਪਿੱਛੇ ਹੁਣ ਤਾਂ ਅਸੀਂ ਕਰਨਾ ਨਾ। ਅਸੀਂ ਅਟੈਕ ਕੀਤਾ, ਅਸੀਂ ਹਿੰਦੁਸਤਾਨ ਨੂੰ ਸੀਖ ਪਰ ਖੜਾ ਕਰ ਦਿਆਂਗੇ। ਜਿਹੜੇ ਸਿੱਖਾਂ ਦੇ ਵਿੱਚ ਅਜੇ ਤੱਕ ਇਹ ਅੰਦੋਲਨ ਨਹੀਂ ਹੋਇਆ, ਉੱਥੇ ਲੈ ਕੇ ਜਾਵਾਂਗੇ। ਅਸੀਂ ਉਹਨੂੰ ਲੰਮਾ ਕਰਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਟੀਵੀ ਤੇ ਮੈਂ ਹਾਂ ਰਮਨ ਤੂਰ। ਅਸੀਂ ਇਸ ਵੇਲੇ ਟਿਕਰੀ ਬਾਰਡਰ ਦੇ ਉੱਤੇ ਹਾਂ। ਤੁਹਾਨੂੰ ਸੁਬਾਹ ਤੋਂ ਹਾਲਾਤ ਦਿਖਾਈ ਹੈਗੇ ਆ। ਜਿਹੜਾ ਮਾਹੌਲ ਜਗ੍ਹਾ ਜਗ੍ਹਾ ਤੇ ਪ੍ਰਸ਼ਾਸਨ ਦੇ ਵੱਲੋਂ ਪੈਦਾ ਕੀਤਾ ਜਾ ਰਿਹਾ, ਚਾਹੇ ਉਹ ਕੁੰਡਲੀ ਸਿੰਘੂ ਬਾਰਡਰ ਦੀ ਕੱਲ੍ਹ ਦੀ ਅਪਡੇਟ ਹੋਵੇ, ਜਿਵੇਂ ਉੱਥੇ ਰਸਤੇ ਜਿਹੜੇ ਬਲੌਕ ਕੀਤੇ ਜਾ ਰਹੇ ਆ, ਬਿਲਕੁਲ ਜਿਹੜਾ ਲਾਂਘਾ ਬੰਦ ਕੀਤਾ ਜਾ ਰਿਹਾ ਤੇ ਦੋਨਾਂ ਸਟੇਜਾਂ ਦਾ ਜਿਹੜਾ ਆਪਸੀ ਵਖਰੇਵਾਂ ਜਿਹੜਾ ਪੈਦਾ ਕੀਤਾ ਜਾ ਰਿਹਾ ਹੈਗਾ। ਤੇ ਅੱਜ ਟਿਕਰੀ ਦੇ ਉੱਤੋਂ ਵੀ ਤੁਸੀਂ ਦੇਖਿਆ ਕਿ ਉਹ ਫੋਟੋਜ਼ ਬਹੁਤ ਵਾਇਰਲ ਹੋਈਆਂ ਕਿ ਪ੍ਰਸ਼ਾਸਨ ਦੇ ਵੱਲੋਂ ਪੱਕੇ ਤਰੀਕੇ ਨਾਲ ਸੀਮੈਂਟ ਲਾ ਕੇ ਸੜਕਾਂ ਪੱਟ ਕੇ ਤੇ ਉਹਦੇ ਵਿੱਚ ਵੱਡੀਆਂ ਵੱਡੀਆਂ ਮੇਖਾਂ ਜਿਹੜੀਆਂ ਲਾਈਆਂ ਗਈਆਂ। ਉਹ ਸਾਰਾ ਕੁਝ ਦੇਖਣ ਤੋਂ ਬਾਅਦ ਅਸੀਂ ਇਸ ਵੇਲੇ ਟਿਕਰੀ ਦੇ ਉੱਤੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਹੈਗੇ ਆ ਜੋਗਿੰਦਰ ਸਿੰਘ ਉਗਰਾਹਾਂ ਜੀ, ਉਹਨਾਂ ਦੇ ਨਾਲ ਬੈਠੇ ਹੋਏ ਆ। ਪੂਰੇ ਜਿਹੜੀ ਚੀਜ਼ਾਂ, ਇੱਕ ਮਾਹੌਲ ਬਣਿਆ ਹੋਇਆ, ਇੱਕ ਖੌਫ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਨੈੱਟ ਬੰਦ ਕਰਕੇ ਪ੍ਰਸ਼ਾਸਨ ਵੱਲੋਂ ਘਟੀਆ ਜਿਹੜੀਆਂ ਆਪਣੀਆਂ ਨੀਤੀਆਂ ਹੈਗੀਆਂ ਉਹਨਾਂ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਰੇ ਵਰਤਾਰੇ ਦੇ ਉੱਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਬਹੁਤ ਚੀਜ਼ਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਵਾਪਰ ਰਹੀਆਂ। ਪੋਜ਼ੀਟਿਵ ਬਹੁਤ ਕੁਝ ਹੋਇਆ ਤੇ ਥੋੜ੍ਹਾ ਬਹੁਤਾ ਖਰਾਬ ਵੀ ਬਹੁਤ ਕੁਝ ਹੋਇਆ ਨਾ। ਪਹਿਲਾਂ ਤਾਂ ਆ ਜਾਂਦੇ ਹਾਂ ਕਿ ਸਿੰਘੂ ਜਿਹੜਾ ਹੈਗਾ ਇੱਕ ਖਾਸ ਜਿਹੜੀ ਸਾਡੀ ਸਟੇਜ ਹੈਗੀ ਆ, ਉੱਥੇ ਲਗਾਤਾਰ ਹਮਲੇ। ਇਹ ਹਮਲੇ ਪਹਿਲਾਂ ਸਰਕਾਰ ਦੀ ਕਰਨ ਦੀ ਹਿੰਮਤ ਨਹੀਂ ਸੀ ਪਈ। ਨੈੱਟ ਬੰਦ ਕਰਦੀ ਹੈ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਸਰਕਾਰ ਕਹਿੰਦੀ ਆ ਕਿ ਇਹ ਲੋਕ ਸ਼ਾਇਦ ਮਾਹੌਲ ਖਰਾਬ ਕਰ ਸਕਦੇ, ਤੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਆਪ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹੈ, ਚਾਹੇ ਉਹ ਗਾਜ਼ੀਪੁਰ ਦੇ ਉੱਤੇ ਹਮਲੇ ਹੋਣ, ਚਾਹੇ ਸਿੰਘੂ ਦੇ ਉੱਤੇ ਹਮਲੇ ਹੋਣ। ਇਹਨਾਂ ਹਮਲਿਆਂ ਦੇ ਉੱਤੇ ਜਿਹੜੀ ਤੁਹਾਡੀ ਕੀ ਪ੍ਰਤੀਕਿਰਿਆ ਹੈ? ਦੇਖੋ, 26 ਤਰੀਕ ਦੀ ਸਰਕਾਰ ਦੀ ਪਲਾਨ ਸੀ ਵੀ 26 ਤਰੀਕ ਨੂੰ ਉਹਨਾਂ ਨੇ ਹੱਲੇ ਕਰਨ ਦੀ ਤਿਆਰੀ ਸੀ। ਉਹਨਾਂ ਦੀ ਪਲਾਨ ਪ੍ਰੀ ਪਲਾਨਡ, ਜਿਹੜਾ ਲਾਲ ਕਿਲ੍ਹੇ ਦੀ ਘਟਨਾ ਹੋਈ ਉਹ ਪ੍ਰੀ ਪਲਾਨਡ ਹੋਈ ਹੈ। ਉਹ ਪਲਾਨ ਨੂੰ ਸਾਡੇ ਲੋਕ ਅਸੀਂ ਸਾਰੇ ਜਾਨੀ ਜ਼ਿੰਮੇਵਾਰ ਹਾਂ। ਅਸੀਂ ਬੁੱਝਣ 'ਚ ਕਾਮਯਾਬ ਨਹੀਂ ਹੋ ਸਕੇ ਕਿ ਉਹ ਕਿਹੜੀ ਪਲਾਨ ਕਰ ਰਹੀ ਹੈ, ਅਸੀਂ ਕਿਵੇਂ ਉਹਦਾ ਜਵਾਬ ਦੇਣਾ। ਉਹਦੇ 'ਚ ਸਾਡੇ ਤੋਂ ਫਰਕ ਰਿਹਾ। ਇਸ ਕਰਕੇ ਉਹ ਜਿਹੜੀ ਸਕੀਮ ਸੀ, ਫਿਰ ਵੀ ਬਹੁਤ ਕੋਸ਼ਿਸ਼ ਕੀਤੀ ਹੈ ਜਥੇਬੰਦੀਆਂ ਨੇ ਇਹਨੂੰ ਬੁੱਝ ਕੇ, ਇਹਨੂੰ ਵੀ ਨਾ ਕੋਈ ਘਟਨਾ ਵਾਪਰੇ, ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਥੇਬੰਦੀਆਂ ਨੇ ਕੀਤੀਆਂ ਨੇ। ਪਰ ਫਿਰ ਵੀ ਯਾਨੀ ਆਪ ਮਹਾਰਤਾ ਜਿਹੜੀ ਉੱਤੋਂ ਦੀ ਪੈ ਗਈ, ਸਾਡੀ ਆਪ ਮਹਾਰਤਾ ਕਰਕੇ ਇਹ ਘਟਨਾ ਵਾਪਰ ਗਈ। 26 ਤੋਂ ਬਾਅਦ ਸਰਕਾਰ ਯਾਨੀ ਅਟੈਕ 'ਤੇ ਆਈ ਹੈ, ਇੱਕਦਮ ਅਟੈਕ 'ਤੇ। ਅਟੈਕ ਵੀ ਮਤਲਬ ਇਸ ਤਰ੍ਹਾਂ ਦਾ ਕੀਤਾ ਉਹਨਾਂ ਨੇ ਜਿਹੜਾ ਮਤਲਬ ਵੀ ਤਿਰੰਗੇ ਦੀ ਬੇਅਬਦੀ ਕਰਨ ਦਾ, ਬੀਜੇਪੀ ਨੂੰ ਛੁੱਟੀਆਂ ਦੇਣ ਦਾ, ਹਰਿਆਣੇ 'ਚ ਦਫਾ 44 ਲਾਉਣ ਦਾ, ਨਾਕੇ ਚਲਾਉਣ ਦਾ, ਤੇ ਤਿਰੰਗੇ ਦੀ ਬੇਅਬਦੀ ਕਰਨ ਦਾ, ਤੇ ਇੱਥੇ ਤੈਨਾਤ ਕਰਕੇ ਫੋਰਸ ਵਧਾਉਣ ਦਾ, ਆਗੂਆਂ 'ਤੇ ਪਰਚੇ ਪਾਉਣ ਦਾ। ਜਿਹੜੇ ਪਿੰਡਾਂ ਦਿੱਲੀ ਦੇ ਵਿੱਚ ਮੁੰਡੇ, ਨੌਜਵਾਨ ਮੁੰਡੇ ਜਾਂ ਬੜੇ, ਕੋਈ ਟਰਾਲੀ ਕਿਸੇ ਦੀ ਲੰਘ ਗਈ, ਕਿਸੇ ਦੀ ਗੱਡੀ ਲੰਘ ਗਈ, ਉਹਨਾਂ ਨੂੰ ਫੜ ਕੇ ਨਾ ਪਤਾ ਹੀ ਨਾ ਦੇਣ ਦਾ ਵੀ ਕਿੱਥੇ ਨੇ, ਗੁੰਮ ਕਰ ਲੈਣ ਦਾ।
ਇਸ ਤਰ੍ਹਾਂ ਦੀ ਕਾਰਵਾਈ ਜਾਨੀ ਇੱਕ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੰਦੋਲਨ ਨੂੰ ਐ ਸਮਝਦੇ ਸੀ ਵੀ ਇਹਨੂੰ ਫੇਟ ਮਾਰ ਕੇ ਫੇਲ ਕਰ ਦਈਏ। ਜਨਤਾ ਪਿੱਛੇ ਚਲੀ ਗਈ, ਨੈੱਟ ਬੰਦ ਕਰਤਾ ਤੇ ਲੋਕਾਂ 'ਚ ਪ੍ਰਚਾਰ ਕਰਤਾ ਵੀ ਤਾਂ ਅੰਦੋਲਨ ਫੇਲ ਹੋ ਗਿਆ, ਇਹ ਤਾਂ ਗਿਣਤੀ ਬਹੁਤ ਘਟ ਗਈ ਤੇ ਇਹ ਬੜਾ ਪ੍ਰਚਾਰ ਹੋਇਆ। ਉਧਰੋਂ ਅਟੈਕ ਦੇ ਨਾਲ ਮਤਲਬ ਇਹ ਵੀ 28 ਤਰੀਕ ਨੂੰ ਦੇਖੋ ਗਾਜੀਪੁਰ ਦੇ ਵਿੱਚ ਅਟੈਕ ਕੀਤਾ, ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਉਹ ਪਲਵਲ ਵਾਲਾ ਨਾਕਾ ਚੱਕਿਆ ਤੇ ਇਧਰ ਆਪਣੇ ਸਿੰਘੂ ਦੇ ਵੀ ਅਟੈਕ ਕੀਤਾ 29 ਤਰੀਕ ਵਾਲੇ ਦਿਨ। ਜਾਨੀ 28 ਤਰੀਕ ਦੀ ਰਾਤ ਨੂੰ ਇੱਥੇ ਫੋਰਸ ਲਾਈ ਹੈ, ਬਹੁਤ ਜ਼ਿਆਦਾ ਫੋਰਸ, ਟਿਕਰੀ ਤੇ ਫੋਰਸ ਲਾਈ ਹੈ। ਜਾਨੀ ਇੱਕ ਮਾਹੌਲ ਇਹ ਬਣਾਇਆ ਵੀ ਲੋਕਾਂ 'ਚ ਡਰ ਪੈਦਾ ਕਰ ਦਈਏ। ਫਿਰ ਬੀਜੇਪੀ ਦੇ ਆਗੂ ਜਿਹੜੇ ਬੀਜੇਪੀ ਦੇ ਆ ਪਿੰਡਾਂ ਦੇ ਵਿੱਚ ਅਸੀਂ ਬੈਠੇ ਹਾਂ, ਸਾਡੇ ਨਾਲ ਲੱਗਦੇ ਪਿੰਡ ਨੇ ਜਾਂ ਸਾਡੇ ਨਾਲ ਲੱਗਦਾ ਇਲਾਕਾ ਹੈ, ਉਹਨਾਂ ਦਾ ਇੱਕ ਵੀ ਬੰਦਾ ਨਹੀਂ, ਬਾਹਰਲੇ ਬੰਦੇ ਲਿਆ ਕੇ ਉਹ ਪਿੰਡ ਦੇ ਬਣਾ ਕੇ ਪਿੰਡ ਦੇ ਲੋਕਾਂ ਨੂੰ ਤਕਲੀਫ ਹੈ। ਪਿੰਡ ਦੇ ਲੋਕਾਂ ਨੂੰ ਜਦੋਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਕਾਹਦੀ ਤਕਲੀਫ ਹੈ, ਤੁਹਾਡੇ ਕੋਲ ਤਾਂ ਕੋਈ ਗੱਲ ਹੀ ਨਹੀਂ ਹੈ। ਜਾਨੀ ਸਾਡੇ ਇੱਕ ਜੋ ਮੁੰਡਾ ਬੈਠਾ ਸੀ, ਉਹ ਅਸੀਂ ਕਮਰਾ ਦਿੱਤਾ, ਸਟੋਰ ਸੀ, ਉਹਦੇ 'ਚ ਜਾ ਕੇ ਉਹ ਬੰਦੇ ਨੇ ਜਾ ਕੇ, ਜਿਹੜਾ ਬੰਦਾ ਉਹ ਪਿੰਡ ਦੇ ਨਹੀਂ ਸੀ, ਉਹਨੇ ਕਿਹਾ ਵੀ ਯਾਰ ਤੁਸੀਂ ਇੱਥੇ ਕਿਉਂ ਬੈਠੇ ਹੋ। 2 ਬੰਦੇ ਸਾਡੀ ਸਟੇਜ 'ਤੇ ਆਏ ਵੀ ਭਾਈ ਆ ਗਰਾਊਂਡ ਵਿਹਲਾ ਕਰੋ, ਅਸੀਂ ਤਾਂ ਇੱਥੇ ਟੂਰਨਾਮੈਂਟ ਕਰਾਉਣੇ ਨੇ। ਪੱਕਾ ਗਰਾਊਂਡ ਆ, ਭਲਿਆ ਮਾਨਸਾ, ਮੰਡੀ ਲੋਕਾਂ ਦੀ ਮੰਡੀ ਹੈ। ਜਦੋਂ ਅਸੀਂ ਪਿੰਡ ਦਿਆਂ ਨੂੰ ਪੁੱਛਿਆ ਉਹ ਕਹਿੰਦੇ ਮੰਡੀ ਸਾਡੀ ਆ, ਕਿਹੜਾ ਟੇਕਾ ਹੁੰਦਾ ਸਾਨੂੰ ਵਿਹਲਾ ਕਰਾਉਣ ਵਾਲਾ। ਇਸ ਤਰ੍ਹਾਂ ਦੀਆਂ ਮਤਲਬ ਕਾਰਵਾਈਆਂ ਜਿਹੜੀਆਂ ਕੀਤੀਆਂ ਨੇ, ਉਹ ਅਟੈਕ ਤੇ 3 ਦਿਨ ਬੀਜੇਪੀ ਨੇ ਬਹੁਤ ਜ਼ੋਰ ਲਾ ਕੇ ਅਟੈਕ ਕੀਤਾ। ਇਸ ਗੱਲ ਨੂੰ ਲੋਕਾਂ ਨੇ ਜਾਨੀ ਬੁੱਝ ਲਿਆ, ਇਸ ਗੱਲ ਨੂੰ ਬੁੱਝ ਲਿਆ। ਤੁਸੀਂ ਹੈਰਾਨ ਹੋਵੋਗੇ ਵੀ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਹੱਦ ਕਦੇ ਦੇਖੀ? ਤੁਸੀਂ ਨਹੀਂ ਗਏ ਹੋਵੋਗੇ ਮੇਰੇ ਖਿਆਲ 'ਚ, ਮੈਂ ਹੱਦ ਦੇਖੀ, ਉੱਥੇ ਤਾਰ ਲੱਗੀ ਹੋਈ ਹੈ, ਕੰਧ ਤਾਂ ਉੱਥੇ ਵੀ ਨਹੀਂ ਕੱਢੀ। ਇੱਥੇ ਕਾਹਦੇ ਵਾਸਤੇ ਕੰਧ ਕੱਢੀ ਇਹਨਾਂ ਨੇ? ਇੱਧਰ ਪਾਕਿਸਤਾਨ ਬੈਠਾ, ਇੱਥੇ ਕੰਧ ਕਾਹਦੇ ਵਾਸਤੇ? ਕੰਧ ਕੱਢਤੀ, ਕਿੱਲ ਲਾ ਤੇ। ਉਹ ਭਲੇ ਮਾਨਸੋ, ਅਸੀਂ ਦੇਸ਼ ਦੇ ਸ਼ਹਿਰੀ ਹਾਂ, ਅਸੀਂ ਕਿਸਾਨ ਹਾਂ, 2 ਮਹੀਨਿਆਂ ਤੋਂ ਬੈਠੇ ਅਸੀਂ, ਤੁਹਾਡਾ ਨਾਕਾ ਨਹੀਂ ਤਾਂ ਤੋੜਿਆ, ਕੋਈ ਕੱਚਾ ਧਾਗਾ ਬੰਨ੍ਹ ਦਿਓ, ਅਸੀਂ ਉਹ ਨਹੀਂ ਪਾਰ ਕਰਦੇ, ਇੱਕ ਰੱਸੀ ਬੰਨ੍ਹ ਦਿਓ। ਆ ਸਾਡੇ ਰੱਸੀਆਂ ਬੰਨ੍ਹੀਆਂ ਹੋਈਆਂ ਨੇ ਸਟੇਜ 'ਤੇ, ਰੱਸੀ ਨਹੀਂ ਕੋਈ ਪਾਰ ਕਰਦਾ, ਤੁਸੀਂ ਰੱਸੀਆਂ ਬੰਨ੍ਹ ਦਿਓ, ਕੰਧਾਂ ਕਾਹਤੋਂ ਕੱਢਦੇ ਹੋ, ਆਹ ਕਿੱਲ ਵੀ ਲਾ ਦਿਓ। ਅਸੀਂ ਕੋਈ ਦੁਸ਼ਮਣ ਆ? ਸਾਨੂੰ ਦੇਸ਼ ਨਹੀਂ ਚਾਹੀਦਾ? ਇਹ ਦਿੱਲੀ ਤੁਹਾਡੀ ਬਹਿ ਲਈ ਹੋਈ ਹੈ, ਤੁਹਾਡੀ ਖਰੀਦੀ ਹੋਈ ਹੈ ਦਿੱਲੀ, ਕਾਹਦੇ ਵਾਸਤੇ ਕੰਧਾਂ ਕੱਢਦੇ ਹੋ? ਕਿਹੋ ਜਿਹੀ ਜਮਹੂਰੀਅਤ ਹੈ? ਨੈੱਟ ਬੰਦ ਕਰਤਾ, ਲਾਈਟ ਬੰਦ ਕਰਤੀ, ਪਾਣੀ ਬੰਦ ਕਰਤਾ, ਖਾਪ ਪੰਚਾਇਤਾਂ ਨੂੰ ਹੁਕਮ ਚਾੜਤੇ ਵੀ ਰਾਸ਼ਨ ਦੀ ਸਪਲਾਈ ਨਾ ਕਰੋ। ਕਿਸ ਤਰ੍ਹਾਂ ਦੀ ਕਿਹੋ ਜਿਹੀ ਜਮਹੂਰੀਅਤ, ਕਿਹੋ ਜਿਹਾ ਰਾਜ ਕਰਦੇ ਹੋ, ਕਿਹਦੀ ਖਾਤਰ ਕਰਦੇ ਹੋ? ਕੌਣ ਆ ਅਸੀਂ, ਕਿੱਧਰੋਂ ਆਏ ਹਾਂ? ਬਾਹਰਲੇ ਮੁਲਕ ਗਏ ਹੋਏ ਆ? ਹੱਦ ਹੋਈ ਪਈ ਹੈ, ਕਮਾਲ ਹੈ। ਬਹੁਤ ਸਾਰੇ ਪ੍ਰੋਗਰਾਮ ਜਥੇਬੰਦੀਆਂ ਵੱਲੋਂ ਜਦੋਂ ਦਾ ਮੋਰਚਾ ਸ਼ੁਰੂ ਹੋਇਆ ਬਹੁਤ ਸਾਰੇ ਪ੍ਰੋਗਰਾਮ ਦਿੱਤੇ ਜਾਂਦੇ ਆ, ਚਾਹੇ ਉਹ ਸਾਡੇ ਲੋਕਾਂ ਨੂੰ ਕਹਿ ਸਕਦੇ ਹਾਂ ਨਵੇਂ ਸਿਰਿਓਂ ਇੱਕ ਕਹਿ ਸਕਦੇ ਹਾਂ ਬੂਸਟ ਅਪ ਕਰਨ ਦੇ ਲਈ ਹੋਵੇ, ਹੌਸਲੇ 'ਚ ਲਿਆਉਣ ਦੇ ਲਈ ਹੋਵੇ, ਜਾਂ ਜਿਹੜੇ ਇਹਦੇ ਦੌਰਾਨ ਕੁਝ ਹੋਰ ਜਿਹੜੀਆਂ ਚੀਜ਼ਾਂ ਦੇ ਲਈ ਅਸੀਂ ਸੋਹਣੇ ਤਰੀਕੇ ਨਾਲ ਸਤਰਕ ਹੋਈਏ ਉਹਦੇ ਲਈ। ਹੁਣ ਜਿਹੜੀ 6 ਤਰੀਕ ਦਾ ਇੱਕ ਚੱਕਾ ਜਾਮ ਦਾ ਜਿਹੜਾ ਸੱਦਾ ਦਿੱਤਾ ਗਿਆ ਹੋਇਆ, ਕਿਹੜੇ ਖਾਸ ਕਾਰਨਾਂ ਨੂੰ ਲੈ ਕੇ ਉਹ ਸੱਦਾ ਦਿੱਤਾ ਗਿਆ ਤੇ ਕੀ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਉੱਤੇ ਇਸ ਚੱਕੇ ਜਾਮ ਦਾ ਕੋਈ ਅਸਰ ਹੋਊਗਾ? ਇਹ ਚੱਕਾ ਜਾਮ ਇੱਕ ਗੱਲ ਦੀ ਚਰਚਾ ਛੇੜਨ ਦਾ ਜ਼ਰੀਆ ਹੈ। ਚੱਕਾ ਜਾਮ ਅਸੀਂ ਕੋਈ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਖਾਤਰ ਚੱਕਾ ਜਾਮ ਨਹੀਂ ਕਰ ਰਹੇ। ਚੱਕਾ ਜਾਮ ਸਾਡਾ ਇੱਕ ਜ਼ਰੀਆ ਬਣਿਆ ਕਿ ਅਸੀਂ 26 ਤਰੀਕ ਦੀ ਘਟਨਾ ਦਾ ਪ੍ਰਚਾਰ ਲੋਕਾਂ 'ਚ ਕਿਵੇਂ ਲੈ ਕੇ ਜਾਈਏ। ਚੱਕਾ ਜਾਮ 6 ਤਰੀਕ ਦਾ, ਅੱਜ 2 ਤਰੀਕ ਹੈ। ਆਹ 3 ਦਿਨ ਅਸੀਂ ਤਿਆਰੀ ਕਰਾਂਗੇ, ਜਾ ਕੇ ਪਿੰਡਾਂ ਦੇ ਲੋਕਾਂ ਨੂੰ ਦੱਸਾਂਗੇ ਵੀ 26 ਦੀ ਘਟਨਾ ਕੀ ਸੀ, ਬੀਜੇਪੀ ਨੇ ਕਿਵੇਂ ਅਟੈਕ ਕੀਤਾ, 28 ਨੂੰ ਕਿਵੇਂ ਅਟੈਕ ਕੀਤਾ, 29 ਨੂੰ ਕਿਵੇਂ ਅਟੈਕ ਕੀਤਾ, ਬੀਜੇਪੀ ਦੇ ਤਿਰੰਗੇ ਲੈ ਕੇ ਕਿਵੇਂ ਮਾਰਚ ਕੀਤਾ, ਹਰਿਆਣੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਇਹਨੂੰ ਲਾਲ ਕਿਲ੍ਹੇ ਦੇ ਵਿੱਚ ਘਟਨਾ ਕੀ ਸੀ, ਕਿਵੇਂ ਪਲਾਨ ਕੀਤੀ ਹੈ, ਇਹਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬੀਜੇਪੀ ਦੇ ਕਿਰਦਾਰ ਨੂੰ ਨੰਗਾ ਕਰਨ ਦੀ ਖਾਤਰ ਵੀ ਉੱਥੇ ਕੰਨਾਂ ਕੱਢੀਆਂ ਹੋਈਆਂ ਨੇ। ਦੇਖੋ ਜਾ ਕੇ ਆ ਲੱਗੇ ਹੋਏ ਨੇ। ਜਿੰਨੀ ਵੀ ਘਟਨਾਕ੍ਰਮ ਹੁਣ ਤੱਕ ਘੋਲ ਦੇ ਅੰਦਰ ਵਾਪਰਿਆ, ਜਿਹੜਾ ਬੀਜੇਪੀ ਦਾ ਰੋਲ ਰਿਹਾ, ਇਹ ਬੀਜੇਪੀ ਦੇ ਰੋਲ ਨੂੰ ਲੋਕਾਂ ਤੱਕ ਲਿਜਾਣ ਦੀ ਖਾਤਰ ਅਸੀਂ ਨੇ 3 ਘੰਟੇ ਦਾ ਰੋਸ ਪ੍ਰੋਟੈਸਟ ਕਰ ਰਹੇ ਹਾਂ। ਇਹ ਗੱਲ ਜੇ ਕੋਈ ਪ੍ਰੋਗਰਾਮ ਨਾ ਹੋਵੇ ਫਿਰ ਲੋਕਾਂ ਤੱਕ ਲਿਜਾਣ ਦਾ ਬਹਾਨਾ ਕਿਵੇਂ ਬਣਦਾ? ਸੀ ਇਹ ਬਹਾਨਾ ਬਣਾ ਕੇ ਉਹਨੂੰ ਉਹ ਰੋਸ ਪ੍ਰੋਟੈਸਟ ਕਰਿਆ। ਉਦੋਂ ਪਹਿਲਾਂ ਅਸੀਂ ਲੋਕਾਂ ਤੱਕ ਆ ਸਾਰੀ ਗੱਲ ਲੈ ਕੇ ਜਾਵਾਂਗੇ। ਅਸੀਂ ਕੋਈ ਉਮੀਦ ਕਰ ਸਕਦੇ ਹਾਂ ਕਿ ਇਸ ਚੀਜ਼ ਦਾ ਸਰਕਾਰ, ਕਿਉਂਕਿ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਭਾਵੇਂ ਕਿ ਅੰਦਰ ਬੁਖਲਾਈ ਹੋਈ ਹੈ ਤੇ ਉਹਦੀਆਂ ਹਰਕਤਾਂ ਤੋਂ ਸਾਫ਼ ਨਜ਼ਰ ਆ ਰਿਹਾ ਕਿ ਉਹ ਬੁਖਲਾਈ ਹੋਈ ਆ, ਪਰ ਕੀ ਇਸ ਖਾਸ ਜਿਹੜਾ ਇੱਕ 6 ਤਰੀਕ ਦੇ ਦਿਨ ਤੋਂ ਬਾਅਦ ਅਸੀਂ ਕੁਝ ਉਮੀਦ ਕਰ ਸਕਦੇ ਹਾਂ ਕਿ ਸਰਕਾਰ ਦੇ ਉੱਤੇ ਕੁਝ ਅਸਰ ਹੋਊਗਾ, ਉਹ ਕੋਈ ਅਸਰ ਕਬੂਲੂਗੀ ਇਸ ਚੀਜ਼ ਦਾ? ਦੇਖੋ ਸਰਕਾਰ ਕਿਹਦੀ ਹੈ? ਸਰਕਾਰ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ। ਅਸੀਂ ਤਾਂ ਲੋਕਾਂ ਕੋਲੇ ਫਰਿਆਦ ਕਰਨੀ ਹੈ, ਅਸੀਂ ਲੋਕਾਂ ਕੋਲੇ ਜਾਵਾਂਗੇ, ਜਥੇਬੰਦੀਆਂ ਅਸੀਂ ਜ਼ਿੰਮੇਵਾਰੀ ਹੈ ਸਾਡੀ, ਸਾਨੂੰ ਲੋਕਾਂ ਨੇ ਭੇਜਿਆ ਇੱਥੇ, ਅਸੀਂ ਆਪਦੇ ਲੋਕਾਂ ਨੂੰ ਦੱਸਾਂਗੇ ਕਿ ਜਿਹੜੀ ਸਰਕਾਰ ਤੁਸੀਂ ਚੁਣੀ ਹੈ ਉਹ ਸਰਕਾਰ ਆਹ ਕਰ ਰਹੀ ਹੈ। ਸਰਕਾਰ ਨੇ ਮੁੜ ਕੇ ਲੋਕਾਂ ਕੋਲ ਹੀ ਆਉਣਾ ਹੈ। ਉਹ ਸਰਕਾਰ ਜਿੱਥੇ ਸਰਕਾਰ ਦੀਆਂ ਜੜ੍ਹਾਂ ਨੇ, ਅਸੀਂ ਸਰਕਾਰ ਦੀਆਂ ਜੜ੍ਹਾਂ ਨੂੰ ਹੱਥ ਪਾਉਂਦੇ ਹਾਂ
ਜਦੋਂ ਅਸੀਂ ਸਰਕਾਰ ਦੀਆਂ ਜੜ੍ਹਾਂ ਹਿਲਾਤੀਆਂ, ਸਰਕਾਰ ਰਹੂਗੀ ਕਿੱਥੇ? ਸਰਕਾਰ, ਇਹ ਸਰਕਾਰ ਨੂੰ ਮਜਬੂਰ ਕਰਾਂਗੇ। ਜੇ ਕਹਿ ਸਕਦੇ ਹੋ ਵੀ 3 ਘੰਟੇ ਦੇ ਜਾਮ ਨਾਲ ਸਰਕਾਰ ਨੂੰ ਕੀ ਫਰਕ ਪੈਂਦਾ? ਸਰਕਾਰ ਨੂੰ ਬੜਾ ਫਰਕ ਪੈਂਦਾ। ਲੋਕਾਂ ਕੋਲੇ ਗੱਲ ਜਾਓ, ਲੋਕ ਧਰਨੇ ਚਾਉਣਗੇ ਸੜਕ ਕਿਉਂ ਰੋਕੀ ਆ ਬਈ? ਜਦੋਂ ਗੱਲ ਕਿਉਂ ਰੋਕੀ ਦੀ ਹੁੰਦੀ ਹੈ ਵੀ ਤੁਸੀਂ ਕਾਹਦੇ ਵਾਸਤੇ ਰੋਕਿਆ ਸੜਕ, ਫਿਰ ਗੱਲ ਜਾਊਗੀ ਨਹੀਂ ਵੀ ਕਿਸਾਨ ਨੇ ਭਾਈ, ਕਿਸਾਨ ਕਿਉਂ ਆਏ ਨੇ, ਕਿਸਾਨ ਉੱਥੇ ਇੰਨੇ ਚਿਰ ਤੋਂ ਕਿਉਂ ਬੈਠੇ ਨੇ, ਉਹ ਕੀ ਗੱਲ ਹੋ ਗਈ, ਲਾਲ ਕਿਲੇ ਤੇ ਕੀ ਹੋ ਗਿਆ ਭਾਈ, ਆ ਦਿੱਲੀ 'ਚ ਕੀ ਹੋ ਗਿਆ, ਇੰਨੇ ਬੰਦੇ ਅੰਦਰ ਕਾਹਤੋਂ ਬੰਦ ਕੀਤੇ ਨੇ, ਆਗੂਆਂ ਤੇ ਪਰਚੇ ਕਾਹਤੋਂ ਪਾਤੇ? ਯਾਨੀ ਜਿਹੜੀਆਂ ਇਹ ਗੱਲਾਂ ਚੱਲਣੀਆਂ, ਇਹ ਗੱਲਾਂ ਜਦ ਛੇੜਦੇ ਆ ਤਾਂ ਗੱਲਾਂ ਤਾਂ ਹੀ ਚੱਲਦੀਆਂ ਨੇ, ਪਰਤਾਂ ਖੁੱਲ੍ਹਦੀਆਂ ਨੇ। ਉਹ ਪਰਤਾਂ ਖੋਲ੍ਹਣ ਦੀ ਖਾਤਰ ਅਸੀਂ ਜਦੋਂ ਥੱਲੇ ਜਨਤਾ ਨਾਲ ਰਹੀ ਇਹਨਾਂ ਦੇ ਨਾਲ, ਇਹ ਇੱਟਾਂ ਦੇ ਰਾਜ ਕਰਨਗੇ, ਕਾਹਤੇ ਰਾਜ ਕਰਨਗੇ? ਤੁਹਾਡਾ ਬਹੁਤ ਲੰਬਾ ਜਿਹੜਾ ਤਜਰਬਾ ਰਿਹਾ ਹੈ, ਤੁਸੀਂ ਬਹੁਤ ਸਾਰੇ ਸੰਘਰਸ਼ ਜਿਹੜੇ ਆ ਲੜੇ ਵੀ ਆ ਤੇ ਜਿੱਤੇ ਵੀ ਆ, ਤੇ ਇਹ ਕੋਈ ਜਿਹੜਾ ਪਹਿਲਾ ਤੁਹਾਡਾ ਸੰਘਰਸ਼ ਨਹੀਂ ਆ। ਸਰਕਾਰ ਬਹੁਤ ਅਜੀਬ ਤਰੀਕੇ ਨਾਲ ਬਿਹੇਵ ਕਰ ਰਹੀ ਹੈ ਇਸ ਵਕਤ, ਚਾਹੇ ਉਹ ਨੈੱਟ ਬੰਦ ਕਰਨਾ ਹੋਵੇ, ਪਾਣੀ ਬੰਦ ਕਰਨਾ ਹੋਵੇ, ਬਿਜਲੀ ਜਿਹੜੀ ਕੱਟਣੀ ਹੋਵੇ, ਤੇ ਸਪੈਸ਼ਲੀ ਜਿਹੜੇ ਸ਼ਾਂਤ ਬੈਠੇ ਲੋਕ ਆ, ਸਟੇਜਾਂ ਤੇ ਸ਼ਾਂਤ ਬੈਠੇ ਲੋਕ ਆ, ਤੇ ਉਹਨਾਂ ਦੇ ਪਿੱਛੇ ਇੰਨੀ ਸਟਰੋਂਗ ਬੈਰੀਗੇਟਿੰਗ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਕੇ, ਜਿਹੜੇ ਕਿ ਆਮ ਇਲਜ਼ਾਮ ਜਿਹੜੇ ਆ ਕਿਸਾਨਾਂ ਦੇ ਉੱਤੇ ਲਾਏ ਜਾਂਦੇ ਆ, ਉਹ ਜਿਹੜੀ ਆ ਇਸ ਤਰੀਕੇ ਦਾ ਕਰਕੇ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਕੀ ਮਨਸ਼ਾ ਹੈਗੀ ਹੈ ਸਰਕਾਰ ਦੇ ਇਸ ਪਿੱਛੇ, ਸ਼ਾਂਤ ਬੈਠੇ ਲੋਕਾਂ ਦੇ ਪਿੱਛੇ ਇੰਨੀ ਖਤਰਨਾਕ ਬੈਰੀਗੇਟਿੰਗ ਕਰਕੇ? ਕਿਹੜੀ ਜਿਹੜੀ ਚੀਜ਼ ਆ ਜਿਹਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ? ਅਸੀਂ ਜਦੋਂ ਘੋਲ ਛੇੜਿਆ ਇਹ, ਅਸੀਂ ਪਹਿਲਾਂ ਮੁੱਦਾ ਦੇਖਿਆ ਵੀ ਮੁੱਦਾ ਕੀ ਹੈ, ਮੁੱਦਾ ਕਿੱਡਾ ਵੱਡਾ ਹੈ, ਇਹ ਕਿੰਨੇ ਚਿਰ 'ਚ ਜਿੱਤਿਆ ਜਾਊਗਾ। ਫਿਰ ਜਿਹੜੀ ਸਰਕਾਰ ਇਹ ਮੁੱਦੇ ਤੇ ਜੇ ਕਾਨੂੰਨ ਲੈ ਕੇ ਆਈ ਹੈ, ਉਹਦਾ ਖਾਸਾ ਕੀ ਹੈ, ਉਹਦਾ ਪਿਛੋਕੜ ਕੀ ਹੈ, ਉਹ ਹੁਣ ਤੱਕ ਕੀ ਕਰਦੀ ਰਹੀ ਹੈ, ਉਹ ਕਹੀ ਜੀ ਕੈਟੇਗਰੀ ਦੀ ਹੈ, ਉਹ ਕੀ ਕੁਛ ਕਰ ਸਕਦੀ ਹੈ, ਕਿੱਥੇ ਤੱਕ ਜਾ ਸਕਦੀ ਹੈ। ਇਹ ਸਾਰੀਆਂ ਗੱਲਾਂ ਅੰਗ ਕੇ ਹੀ ਘੋਲ ਦਾ ਸੰਤੁਲਨ ਬਣਾਇਆ ਜਾਂਦਾ। ਇਹਦੇ ਕਰਕੇ ਅਸੀਂ ਇਹਨੂੰ ਸਮਝਿਆ ਸੀ ਵੀ ਵੱਡੀ ਲੜਾਈ ਹੈ, ਲੰਮੀ ਲੜਾਈ ਹੈ, ਸਰਕਾਰ ਦਾ ਖਾਸਾ ਖਤਰਨਾਕ। ਸਰਕਾਰ ਦੇ ਹੁਣ ਤੱਕ ਦੇ ਖਾਸੇ ਨੂੰ ਤੁਸੀਂ ਦੇਖਿਆ 2002 ਦੇ ਵਿੱਚ ਇਹ ਮੋਦੀ ਮੁੱਖ ਮੰਤਰੀ ਹੁੰਦਾ ਸੀ ਗੁਜਰਾਤ ਦਾ, ਉੱਥੇ ਇਹਨੇ ਦੰਗੇ ਕਰਵਾਏ, ਕਿੰਨੇ ਲੋਕਾਂ ਦਾ ਕਤਲੇਆਮ ਕਰਾਇਆ। ਕਤਲੇਆਮ ਦੇ ਵਿੱਚੋਂ ਇਹਨੇ ਕਿਹਾ ਵੀ ਗੁਜਰਾਤ ਬਹੁਤ ਵਿਕਸਿਤ ਕਰ ਗਿਆ, ਕਿਉਂਕਿ ਗੁਜਰਾਤ ਦੇ ਕਤਲੇਆਮ ਨੂੰ ਭੁੱਲਿਆ। ਉਦੋਂ ਪਿੱਛੋਂ ਜਦੋਂ ਦਾ ਇਹ 2014 ਦਾ ਪ੍ਰਧਾਨ ਮੰਤਰੀ PM ਬਣਿਆ, ਇਹਦੇ ਫਿਰ ਖਾਸੇ ਦੇਖ ਲਓ, ਜਿੰਨੀਆਂ ਵੀ ਇਹਨੇ ਕੰਮ ਕੀਤੇ ਨੇ, ਜਿੰਨੇ ਵੀ ਉਹਦੇ ਵਿੱਚ ਨੁਕਸਾਨ ਹੀ ਨੁਕਸਾਨ ਆ। GST ਦਾ, ਨੋਟਬੰਦੀ ਦਾ, NRC ਦਾ, 370 ਧਾਰਾ ਲਾਈ ਹੈ, 3 ਤਲਾਕ ਵਾਲਾ, ਬਾਬਰੀ ਮਸਜਿਦ ਵਾਲਾ, ਕਿੰਨੀਆਂ ਗੱਲਾਂ ਨੇ ਕਿ ਕੋਈ ਠੀਕ ਹੀ ਨਹੀਂ ਨਿਕਲੀ ਗੱਲ ਅਜੇ ਤੱਕ। ਖਾਸੇ ਜੀ ਬੈਂਕ GDP ਡਾਊਨ ਹੋ ਗਈ, ਬੈਂਕ ਵੇਚਤੇ, ਹਵਾਈ ਅੱਡੇ ਵੇਚਤੇ, ਬੰਦਰਗਾਹਾਂ ਵੇਚਤੀਆਂ, ਕੋਲੇ ਦੀਆਂ ਖਾਣਾਂ ਵੇਚਤੀਆਂ, ਰੇਲਵੇ ਵੇਚਤੀ, ਸਾਰਾ ਮੁਲਕ ਨੂੰ ਵੇਚੀ ਜਾਂਦਾ ਹੈ। ਤੇ ਹੁਣ ਕਹੀ ਜਾਂਦਾ ਮੈਂ ਤੁਹਾਡੀ ਆਮਦਨ ਦੁੱਗਣੀ ਕਰਨੀ ਹੈ। ਲੋਕਾਂ ਨੂੰ ਇਹ ਪਤਾ ਵੀ ਸਾਡੀ ਆਮਦਨ ਦੁੱਗਣੀ ਕਰਨੀ ਹੈ ਕਿ ਅਡਾਨੀ ਬਾਨੀਆਂ ਦੀ ਕਰਨੀ ਹੈ, ਕਾਰਪੋਰੇਟ ਸੈਕਟਰ ਦੀ ਆਮਦਨ ਦੁੱਗਣੀ ਕਰਨੀ ਹੈ। ਜਾਨੀ ਇਹਨਾਂ ਦਾ ਖਾਸਾ ਕੁੱਟਣਾ, ਲੁੱਟਣਾ ਤੇ ਉੜ ਕੇ ਪਰਚੇ ਵੀ ਉਹਨਾਂ ਦੇ ਪਾਉਣਾ, ਕੁੱਟ ਵੀ ਦੇਣਾ, ਲੁੱਟ ਵੀ ਲੈਣਾ, ਪਰਚੇ ਵੀ ਉਹਨਾਂ ਦੇ ਪਾਉਣੇ ਨੇ। ਹੁਣ ਬੰਦੇ 2 ਸ਼ਹੀਦ ਹੋ ਗਏ, ਬੰਦਿਆਂ ਦੇ 200 ਦੇ ਨੇੜੇ ਬੰਦਾ ਅੰਦਰ ਬੰਦ ਹੈ, ਤੇ ਸਾਰੇ ਆਗੂਆਂ ਦੇ ਪਰਚੇ ਪਾਤੇ, ਨਾਲੇ ਕੁੱਟਣਾ ਨਾਲੇ ਲੁੱਟਣਾ। ਦਾਬ ਨੇ ਉਹਦੇ ਵਿੱਚੋਂ ਕੰਧਾਂ ਕੱਢੀ ਜਾਂਦਾ, ਜਿਵੇਂ ਪਾਕਿਸਤਾਨ ਤੋਂ ਆਏ ਹੁੰਦੇ ਅਸੀਂ। ਜਾਨੀ ਇਹ ਸਾਰੀ ਇਹਦਾ ਖਾਸੇ ਦਾ ਪਤਾ, ਸਾਨੂੰ ਪਤਾ ਇਹਦਾ ਖਾਸੇ ਦਾ, ਇਹਨੇ ਡਿੱਗਣਾ ਵੀ ਧੜਮ ਦੇ ਗਿਆ। ਤੇ ਇਹਦੇ 'ਚ ਇਹ ਕਹਿੰਦੇ ਹੁੰਦੇ ਨੇ ਵੀ ਸਰਮਾਏਦਾਰ ਆਪਦੀ ਕਬਰ ਆਪ ਪੱਟਦਾ, ਇਸ ਕਰਕੇ ਇਹ ਮੌਤ ਦੇ ਰਸਤੇ ਤੁਰੇ, ਇਹਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਹੰਕਾਰੀ ਹੈ। ਹੰਕਾਰੀ ਰਾਜੇ ਦਾ ਇਸ ਦਾ ਹਸ਼ਰ ਹੁੰਦਾ। ਲੋਕ ਬੁੱਝ ਲੈਣਗੇ, ਸਾਨੂੰ ਲੜਨਾ ਆਉਂਦਾ। ਜੇ ਜਿੰਨਾ ਵੀ ਉਹ ਗਰਮ ਹੁੰਦਾ, ਜਿੰਨਾ ਵੀ ਪ੍ਰਪੋਕ ਹੁੰਦਾ, ਅਸੀਂ ਉਹਨੇ ਠੰਡੇ ਚੱਲਦੇ ਹਾਂ, ਠਰਮੇ ਨਾਲ ਚੱਲਦੇ ਹਾਂ, ਬਹੁਤ ਧੀਰਜ ਨਾਲ ਚੱਲਦੇ ਹਾਂ। ਅਸੀਂ ਜੰਗ ਜਿੱਤ ਕੇ ਮੁੜਾਂਗੇ, ਸਾਨੂੰ ਪਤਾ ਲੰਮੀ ਲੜਾਈ ਹੈ। ਪਰ ਜਿਹੜੀ ਸਰਕਾਰ ਹੁੰਦੀ ਆ ਉਹ ਜਵਾਬਦੇਹ ਹੁੰਦੀ ਆ, ਸਪੈਸ਼ਲੀ ਲੋਕਤੰਤਰਕ ਸਰਕਾਰ ਆਪਣੇ ਲੋਕਾਂ ਨੂੰ ਜਵਾਬਦੇਹ ਹੁੰਦੀ ਆ। ਤੇ ਜਦੋਂ ਕਿਤੇ ਲੋਕਾਂ ਦੇ ਬਾਰੇ ਚੋਂ ਕਹਿ ਵੀ ਸਕਦੀ ਆ ਦੂਜੇ ਦੇਸ਼ਾਂ ਨੂੰ ਵੀ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ, ਸਾਨੂੰ ਪਤਾ ਸੀ, ਅਸੀਂ ਇਸ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ। ਪਰ ਇਸ ਵੇਲੇ ਪੂਰੇ ਸੰਸਾਰ ਦੇ ਵਿੱਚ ਜੇ ਦੇਖਿਆ ਜਾਵੇ ਤੇ ਪੂਰੇ ਸੰਸਾਰ ਨੂੰ ਹੀ ਜਿਹੜੀ ਆ ਸਰਕਾਰ ਕਿਤੇ ਨਾ ਕਿਤੇ ਜਵਾਬਦੇਹ ਹੈਗੀ, ਨੈਤਿਕ ਤੌਰ ਤੇ, ਸੰਵਿਧਾਨਿਕ ਤੌਰ ਤੇ ਭਾਵੇਂ ਨਾ ਹੋਵੇ। ਇਹੋ ਜਿਹੀ ਕੀ ਗੱਲ ਆ ਕਿ ਇਹ ਇੰਨੀ ਮਤਲਬ ਨੰਗੀ ਚਿੱਟੀ ਹੋ ਕੇ ਲੋਕਤੰਤਰਿਕ ਸਰਕਾਰ ਤਾਨਾਸ਼ਾਹ ਵਾਂਗੂ ਬਿਹੇਵ ਕਿਉਂ ਕਰ ਰਹੀ ਆ? ਕੀ ਇਹਨਾਂ ਨੂੰ ਕਿਸੇ ਨੂੰ ਵੀ ਜਵਾਬਦੇਹੀ ਦਾ ਡਰ ਨਹੀਂ ਹੈਗਾ? ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਕਦੇ ਐਂ ਕਿਹਾ ਵੀ ਮੇਰੀ 56 ਇੰਚ ਦੀ ਛਾਤੀ ਹੈ, ਚਾਹੇ 100 ਇੰਚ ਦੀ ਛਾਤੀ ਹੋਵੇ, ਉਹ ਵੀ ਨਹੀਂ ਕਹਿੰਦਾ ਹੁੰਦਾ। ਇਹਨੂੰ ਕੀ ਲੋੜ ਪੈ ਗਈ ਕਹਿਣ ਦੀ? ਭਲਾ 56 ਇੰਚ ਦੀ ਛਾਤੀ ਆਪਦੇ ਲੋਕਾਂ ਨੂੰ ਦਿਖਾਉਂਦਾ ਹੈ, ਛਾਤੀ ਜਿਨ੍ਹਾਂ ਤੇ ਰਾਜ ਕਰਨਾ ਹੈ। ਫਿਰ 10 ਇੰਚ ਦੀ ਛਾਤੀ ਵਾਲਾ ਭਲਾ ਇਹਦੇ ਸਾਹਮਣੇ ਕਿਵੇਂ ਖੜੂ ਭਾਈ? ਜੇ ਇਹਦੀ 56 ਇੰਚ ਦੀ ਛਾਤੀ ਹੈ, ਇਹ ਲੋਕਾਂ ਨੂੰ ਡਰਾਉਣ ਦੀ ਖਾਤਰ ਕਹਿੰਦਾ ਹੈ ਵੀ ਮੇਰੀ 56 ਇੰਚ ਦੀ ਛਾਤੀ ਹੈ। ਦਿਮਾਗ ਤਾਂ ਕਹਿੰਦੇ ਵੀ ਮੇਰਾ ਦਿਮਾਗ ਇੰਨਾ ਵਿਕਸਿਤ ਹੈ ਵੀ ਮੈਂ ਟੈਕਨੋਲੋਜੀ ਹੀ ਲੈ ਕੇ ਆਉਂ ਜਿਹੜੀ ਕਿਸੇ ਨੇ ਟੈਕਨੋਲੋਜੀ ਨਹੀਂ ਲਿਆਂਦੀ।
ਦੁਨੀਆ ਦੇ ਵਿੱਚ ਗਰੀਬੀ ਸੀ, ਮੈਂ ਗਰੀਬੀ ਦੂਰ ਕਰਨ ਵਿੱਚ ਇਹੀ ਜਿਹੀ ਪਾਲਿਸੀ ਰਹਿੰਦੀ ਜਿਹੜੀ ਕਿਸੇ ਮਾਹਰ ਤੋਂ ਹੁਣ ਤੱਕ ਕੋਈ ਪਾਲਿਸੀ ਨਹੀਂ ਕੱਢੀ ਗਈ, ਫਿਰ ਤਾਂ ਮੰਨੀਏ। ਜੇ ਕੋਈ ਡੌਲੇ ਦਿਖਾਵੇ ਲੋਕਾਂ ਨੂੰ, ਇਹ ਕਿੱਧਰ ਦੀ ਸਿਆਣਪ ਹੈ? ਅਸੀਂ ਤਾਂ ਉਹਦੀ ਨਾਲੇ ਹਿਸਾਬ ਕਿਤਾਬੇ ਤੋਂ ਵੀ ਬਾਈ ਇਹ ਐਂ ਕਹਿੰਦਾ ਮੇਰੀ 56 ਇੰਚ ਦੀ ਛਾਤੀ ਹੈ, ਜੋ ਮੈਂ ਕਹਿਣਾ ਉਹ ਕਰੋ, ਜੇ ਨਹੀਂ ਕਰਦੇ ਫਿਰ ਮੈਂ ਸਭ ਕੁਝ ਕਹਿ ਦੂੰ। ਇਹ ਹੈ, ਯਾਨੀ ਇਹਦੀ ਈਗੋ ਉਸ ਗੱਲ 'ਚੋਂ ਦਿਖਦੀ ਹੈ ਵੀ 56 ਇੰਚ ਦੀ ਛਾਤੀ ਵਾਲਾ ਕਿਸੇ ਤੋਂ ਡਰਦਾ ਨਹੀਂ। ਤੂੰ ਮਾਰ ਧਮਕੀਆਂ ਕਿਸੇ ਨੂੰ ਮਾਰ, ਪਰ ਜਿਹੜੇ ਵਾਮ ਰੋੜਦੇ ਨੇ ਤੇਰੀ ਅਵਾਰਡਾਨੀ ਬਾਨੀ, ਉਹਨਾਂ ਦਾ ਕੁੱਤੇ ਦਾ ਬੁਖਾਰ ਹੋ ਜੇ ਤੂੰ ਜਾ ਕੇ ਪਤਾ ਲੈਣਾ। ਤੇ ਸਾਡੇ ਲੋਕਾਂ ਸੜਕਾਂ ਤੇ ਮਰੀ ਜਾਂਦੇ ਨੇ, 200 ਬੰਦਾ ਮਰ ਗਿਆ, ਸਾਡਾ ਸ਼ਹੀਦ ਹੋ ਗਿਆ, 19 ਸਾਲ ਦੇ ਮੁੰਡੇ ਮਰ ਗਏ, ਕਦੇ ਬਿਆਨ ਵੀ ਨਹੀਂ ਲੱਗਿਆ। ਆ ਤੂੰ ਉਹਨਾਂ ਦੇ ਮਾੜਾ ਮੋਟਾ ਉਹ ਕੋਈ ਜੰਮਿਆ ਹੋਣਾ ਕੋਈ ਬਲੂਰ, ਤੂੰ ਭੱਜ ਕੇ ਗਿਆ ਉਹਨਾਂ ਦੇ ਘਰੇ। ਇਸ ਕਰਕੇ ਇਹ ਖਾਸਾ ਇਹਨਾਂ ਦਾ ਜਿਹੜਾ ਖਾਸਾ ਹੰਕਾਰੀ ਖਾਸਾ ਹੈ, ਈਗੋ ਵਾਲਾ ਖਾਸਾ ਹੈ। ਜੋ ਹਮਨੇ ਕਿਹਾ ਉਹ ਮੁੜਤੇ ਨਹੀਂ ਹੈ, ਬਸ ਇਹੀ ਹੈ। ਇਹ ਇਹਦਾ ਪੋਲੀਟੀਕਲ ਤੌਰ ਤੇ ਤਾਂ ਨੁਕਸਾਨ ਬਹੁਤ ਕਰੂਗਾ। ਜਨਤਾ ਦੇਖ ਰਹੀ ਹੈ, ਦੁਨੀਆ ਦੇਖ ਰਹੀ ਹੈ, ਦੁਨੀਆ ਦੇ ਦੇਸ਼ਾਂ ਦੇ ਤੋਏ ਤੋਏ ਹੋ ਰਹੀ ਹੈ ਜੀ। ਉਹ ਗੱਲ ਨਹੀਂ ਰਹੀ ਹੁਣ ਮੋਦੀ ਦੀ ਜਿਹੜੀ ਪਹਿਲਾਂ ਸੀ। ਲੋਕਤੰਤਰ ਦੇ ਜਿੰਨੇ ਵੀ ਥੰਮਾਂ, ਉਹਨਾਂ ਵਿੱਚੋਂ ਬਹੁਤਿਆਂ ਥੰਮਿਆਂ ਦਾ ਕੀ ਹਸ਼ਰ ਕਰ ਦਿੱਤਾ ਇਸ ਲੋਕਤੰਤਰਿਕ ਸਰਕਾਰ ਦੇ ਨਾਂ ਹੇਠ ਤਾਨਾਸ਼ਾਹ ਸਰਕਾਰ ਨੇ। ਤੇ ਇਸ ਵੇਲੇ ਹੋ ਕੀ ਰਿਹਾ ਹੈਗਾ ਕਿ ਨੈੱਟ ਬੰਦ ਕਰਨ ਤੋਂ ਬਾਅਦ ਜਿਹੜੀਆਂ ਅਫਵਾਹਾਂ ਲੋਕਲ ਮੀਡੀਆ ਦੇ ਖਿਲਾਫ ਕਾਫੀ ਹੱਦ ਤੱਕ ਗਰਮ ਹੋਈਆਂ ਜਾਂ ਗਰਮਾ ਦਿੱਤੀਆਂ ਗਈਆਂ ਕਹਿ ਸਕਦੇ ਹਾਂ। ਗੋਦੀ ਮੀਡੀਆ ਨੇ ਕੀ ਹਸ਼ਰ ਕੀਤਾ ਇਸ ਮੋਰਚੇ ਦਾ, ਉਹ ਵੀ ਕਿਸੇ ਤੋਂ ਲੁਕਿਆ ਨਹੀਂ। ਲੋਕਲ ਮੀਡੀਆ ਦੇ ਯਤਨਾਂ ਵੀ ਕਿਸੇ ਤੋਂ ਨਹੀਂ ਲੁਕੇ ਹੋਏ। ਤੇ ਇਸ ਵੇਲੇ ਹੋ ਇਹ ਰਿਹਾ ਹੈ ਕਿ ਪੱਤਰਕਾਰਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ। ਇਸ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੀਜਾ ਥੰਮ ਹੈ ਪੱਤਰਕਾਰ ਸੰਸਾਰ ਆਪਣੇ ਲੋਕ ਰਾਜੀ ਸਿਸਟਮ ਦਾ, ਪਰ ਥੰਮ ਹੈ ਆਜ਼ਾਦੀ ਹੈ। ਉਹ ਸਰਕਾਰ ਕੀ ਕਰ ਰਹੀ, ਅਸੀਂ ਕੀ ਕਰ ਰਹੇ ਹਾਂ, ਦੋਨਾਂ ਦੀਆਂ ਗੱਲਾਂ ਦੱਸਣ ਦਾ ਉਹਨੂੰ ਇੱਕ ਮੀਡੀਆ ਹੈ। ਮੀਡੀਆ ਵਾਲਾ ਜੇ ਕੋਈ ਸਰਕਾਰ ਦੀ ਹਕੀਕਤ ਨੂੰ ਲੋਕਾਂ ਸਾਹਮਣੇ ਰੱਖਦਾ ਹੈ, ਉਹਨੇ ਗੁਨਾਹ ਕੀਤਾ। ਇਹਦਾ ਮਤਲਬ ਸੱਚ ਬੋਲਣ ਵਾਲੇ ਨੂੰ ਫਾਂਸੀ ਵਾਲੀ ਗੱਲ ਤਾਂ ਸੱਚੀ ਹੋ ਰਹੀ ਹੈ। ਜੇ ਤੁਸੀਂ ਮੀਡੀਆ ਵਾਲਾ ਨੇ ਸੁਣਾਈ ਵਰਤਾਇਆ, ਤੁਸੀਂ ਸਧਾਰਨ ਲੋਕਾਂ ਨੂੰ ਕਿਵੇਂ ਛੱਡੋਗੇ? ਸਾਨੂੰ ਕਿਵੇਂ ਛੱਡੋਗੇ ਤੁਸੀਂ? ਅਸੀਂ ਸੜਕਾਂ ਤੇ ਬਹਿ, ਸਾਨੂੰ ਕਿਵੇਂ ਛੱਡੋਗੇ? ਕਿਸੇ ਦੇ ਡਾਕੇ ਦਾ ਪਰਚਾ, ਕਿਸੇ ਚੋਰੀ ਦਾ ਪਰਚਾ, ਕਿਸੇ ਨੇ ਅੱਗ ਲਾਤੀ, ਕਿਸੇ ਦੇ ਦੇਸ਼ ਧਰੋਹੀ ਦਾ ਪਰਚਾ। ਜਦੋਂ ਮਰਜ਼ੀ ਜਿੱਥੇ ਮਰਜ਼ੀ ਤੁਹਾਡੇ ਕੋਲ ਪਰਚੇ ਵਿਹਲੇ ਨੇ, ਕਾਗਜ਼ ਵਿਹਲੇ ਨੇ, ਕਲਰਕ ਵਿਹਲੇ ਨੇ, ਜਦੋਂ ਮਰਜ਼ੀ ਹੁਕਮ ਚੜ੍ਹ ਦਿੰਦੇ ਹੋ, ਜੋ ਮਰਜ਼ੀ ਕਰੀ ਜਾਓ। ਇਹ ਮਨਮਾਨੀ ਕਦੋਂ ਚੱਲੂਗੀ? ਲੋਕਾਂ ਦੇ ਵਿੱਚ ਮਨਮਾਨੀ ਕਰਨੀ, ਲੋਕਾਂ ਦੇ ਵਿੱਚ ਡਿਕਟੇਟਰ ਕਰਨੀ, ਹਿਟਲਰਸ਼ਾਹੀ ਰਾਜ ਕਦੋਂ ਤੱਕ ਚੱਲੂਗਾ? ਲੋਕ ਤਾਂ ਇਹ ਕਹੀ ਜਾਂਦੇ ਨੇ ਵੀ ਇਹ ਈਵੀਐਮ ਦੀ ਸਰਕਾਰ ਹੈ, ਸਾਨੂੰ ਨਹੀਂ ਪਤਾ ਈਵੀਐਮ ਕੀ ਹੁੰਦੀ ਹੈ। ਈਵੀਐਮ ਦੀ ਬਣਾਈ ਹੋਈ ਸਰਕਾਰ ਹੈ ਇਹ। ਕਿਤੇ ਐਂ ਤਾਂ ਨਹੀਂ ਇਹਨਾਂ ਦੇ ਭੁਲੇਖਾ ਵੀ ਸਾਨੂੰ ਨਹੀਂ ਲੋਕਾਂ ਦੀ ਲੋੜ, ਸਾਡੇ ਕੋਲ ਤਾਂ ਈਵੀਐਮ ਹੈ। ਜੇ ਭਾਈ ਈਵੀਐਮ ਤੇ ਰਾਜ ਕਰਨ ਤੇ ਬਣਿਆ, ਫਿਰ ਤਾਂ ਲੋਕਾਂ ਨੂੰ ਕੁੱਟੀ ਜਾਓ, ਫਿਰ ਤਾਂ ਸਰਕਾਰ ਤੁਹਾਡੀ ਬਣੀ ਜਾਣੀ ਹੈ। ਫਿਰ ਇਸ ਕਰਕੇ ਜੇ ਇਹਨਾਂ ਦਾ ਇਹ ਮੰਤਰ ਚੱਲਦਾ ਹੈ, ਮੈਨੂੰ ਲੱਗਦਾ ਕਿਤੇ ਉਹ ਹੋਈ ਤਾਂ ਨਹੀਂ ਇਹਨਾਂ ਦੇ ਦਿਮਾਗ 'ਚ ਕੁਛ ਬਈ 2022 ਦੇ ਵਿੱਚ ਚੋਣਾਂ ਨੇ, ਪੰਜਾਬ 'ਚ ਚੋਣਾਂ ਨੇ, ਯੂਪੀ ਦੇ ਵਿੱਚ ਚੋਣਾਂ ਲੜਨੀਆਂ ਨੇ, ਕਿਤੇ ਉਹੀ ਮੰਤਰ ਤਾਂ ਨਹੀਂ ਦਿਮਾਗ 'ਚ ਵੀ ਆਪਾਂ ਤਾਂ ਈਵੀਐਮ ਨਾਲ ਹੀ ਜਿੱਤੀ ਜਾਣਾ। ਇਹ ਲੋਕ ਨੇ ਈਵੀਐਮ ਵਾਲੀ ਪਾਲਿਸੀ ਵੀ ਥੋੜੀ ਕੁੱਟ ਦੇਣਗੇ ਜਿੱਥੇ ਹੋਰ ਪਾਲਿਸੀਆਂ ਕੁੱਟੀਆਂ। ਲੋਕਾਂ ਦੇ ਮਨਾਂ 'ਚ ਬਹੁਤ ਸਾਰੇ ਲੰਬੇ ਜਿਹੜੇ ਖਦਸ਼ੇ ਹੈਗੇ ਆ। ਬਹੁਤ ਸਾਰੇ ਸਾਡੇ ਨੌਜਵਾਨ ਸ਼ਹੀਦ ਹੋ ਗਏ ਤੇ ਕੁਝ ਇਹੋ ਜਿਹੇ ਨੌਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਦੇ ਕੋਲੇ ਟੁਕੜਾ ਜ਼ਮੀਨ ਦਾ ਹੈ ਹੀ ਨਹੀਂ, ਪਰ ਕਿਉਂਕਿ ਅਸੀਂ ਸਾਰੇ ਕਿਸਾਨੀ ਨਾਲ ਜੁੜੇ ਹੋਏ ਹਾਂ, ਜਿਹਨੂੰ ਵੀ ਕਿਹਾ ਜਾ ਰਿਹਾ ਕਿ ਇੱਕ ਪਰਿਭਾਸ਼ਾ ਹੀ ਇਹ ਆ ਕਿ ਜਿਹਨੂੰ ਪੇਟ ਲੱਗਾ ਹੋਇਆ ਉਹਦਾ ਹਰ ਇੱਕ ਦਾ ਨਾਤਾ ਕਿਸਾਨੀ ਨਾਲ ਹੈਗਾ ਹੀ ਹੈਗਾ। ਸੋ ਬਹੁਤ ਸਾਰੇ ਨੌਜਵਾਨ ਜਿਹੜੇ ਆ ਸ਼ਹੀਦ ਹੋ ਗਏ ਆ ਉਹਨਾਂ ਦੀ ਪੈਰਵਾਈ ਕਰਨ ਦੇ ਲਈ, ਤੇ ਬਹੁਤ ਸਾਰੇ ਨੌਜਵਾਨ ਜਿਹੜੇ ਸਾਡੇ ਲਾਪਤਾ ਹੋ ਗਏ ਆ, ਪਿੱਛੇ ਮਾਵਾਂ ਬਿਲਕ ਰਹੀਆਂ ਨੇ, ਉਹਨਾਂ ਦੇ ਬਾਰੇ 'ਚ ਕਿਉਂਕਿ ਹੋ ਸਕਦਾ ਇਹ ਛੋਟੇ ਜਿਹੇ ਸਮੇਂ ਦੀ ਗੱਲ ਨਹੀਂ ਆ, ਥੋੜੇ ਸਮੇਂ 'ਚ ਨਿਬੜਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ, ਲੰਬਾ ਸਮਾਂ ਇਸ ਚੀਜ਼ ਨੂੰ ਲੱਗ ਸਕਦਾ। ਹੋ ਸਕਦਾ ਸੰਘਰਸ਼ ਦੇ ਨਤੀਜੇ ਸਾਨੂੰ ਬਹੁਤ ਵਧੀਆ ਮਿਲ ਜਾਣ। ਜਥੇਬੰਦੀਆਂ ਦਾ ਕੀ ਪਲਾਨ ਹੈਗਾ ਲੰਬਾ, ਜਿਹੜਾ ਇਹ ਚੀਜ਼ ਦਾ ਧਿਆਨ ਰੱਖਣਾ ਹੋਊਗਾ, ਉਹਦੇ ਲਈ ਕੀ ਪਲਾਨ ਆ ਤੁਹਾਡਾ? ਦੇਖੋ, ਜ਼ਬਰ ਦੇ ਸਿੱਟੇ ਭੁਗਤਣ ਵਾਸਤੇ ਹੁਕੂਮਤ ਨੂੰ ਤਿਆਰ ਰਹਿਣਾ ਚਾਹੀਦਾ। ਜਵਾਬਦੇਹੀ ਹੈ, ਇਹਨਾਂ ਜਵਾਬ ਹੋਊਗਾ। ਇਹ ਸਵਾਲ ਕਦੋਂ ਪੁੱਛਦੇ ਨੇ ਤੇ ਜਵਾਬ ਕਦੋਂ ਦੇਣਾ, ਇਹ ਸਮਾਂ ਫੈਸਲਾ ਕਰੂਗਾ, ਇਹ ਟਾਈਮ ਫੈਸਲਾ ਕਰੂਗਾ। ਜਿਹੜੇ ਮਾਮਾ ਦੇ ਪੁੱਤ ਗਾਇਬ ਕੀਤੇ ਨੇ ਜਾਂ ਮਾਮਾ ਦੇ ਪੁੱਤ ਮਰ ਗਏ, ਜਿਹੜੇ ਇੱਥੇ ਸ਼ਹੀਦ ਹੋਏ ਨੇ ਮੋਰਚਿਆਂ ਦੇ ਵਿੱਚ, ਜਿਨ੍ਹਾਂ ਦਾ ਮਗਰ ਵਾਰਸ ਵੀ ਨਹੀਂ, ਜਿਨ੍ਹਾਂ ਕੋਲ ਭੋਰਾ ਜ਼ਮੀਨ ਵੀ ਨਹੀਂ, ਉਹ ਲੋਕ ਵੀ ਇੱਥੇ ਸ਼ਹੀਦ ਹੋਏ ਨੇ। ਇੱਕ ਮੁੰਡਾ ਸ਼ਹੀਦ ਹੋਇਆ ਛੋਟੀ ਉਮਰ ਦਾ, ਉਹਦੇ ਦਾਦੀ ਹੈ ਵਿਚਾਰੇ ਤੇ, ਉਹਦਾ ਕੋਈ ਵਾਰਸ ਨਹੀਂ, ਚੈੱਕ ਲੈਣ ਵਾਸਤੇ ਵਾਰਸ ਨਹੀਂ, ਦਾਦੀ ਵੀ ਘਰਾਂ ਦੇ ਵਿੱਚੋਂ ਆ। ਜਾਨੀ ਉਹੋ ਜਿਹੇ ਬੰਦੇ ਸ਼ਹੀਦ ਹੋਏ ਨੇ, ਉਹਨਾਂ ਦਾ ਜਵਾਬ ਕੌਣ ਦੇਊਗਾ? ਜਥੇਬੰਦੀਆਂ ਵੱਲੋਂ ਕੀ ਜਿਹੜਾ ਕੋਈ ਪਲਾਨ ਬਣਾਇਆ ਗਿਆ ਕਿ ਇਹਦੇ ਉੱਤੇ ਕਿੰਨਾ ਜਲਦੀ ਕੰਮ ਹੋਣਾ ਚਾਹੀਦਾ, ਕਿਉਂਕਿ ਖਾਸ ਤੌਰ ਤੇ ਜਿਹੜੇ ਨੌਜਵਾਨ ਮੁੰਡੇ ਸਾਡੇ ਗਾਇਬ ਆ ਉਹਨਾਂ ਦੇ ਲਈ? ਉਹਨਾਂ ਵਾਸਤੇ ਅਸੀਂ ਕੱਲ ਕਮੇਟੀ ਬਣਾਤੀ ਸੰਯੁਕਤ ਮੋਰਚੇ ਨੇ, ਉਹਨਾਂ ਦੀ ਪੜਤਾਲ ਕਰਨੀ। ਇੱਕ ਵਕੀਲਾਂ ਦੀ ਕਮੇਟੀ ਵੀ ਬਣੀ ਆ, ਵਕੀਲਾਂ ਦੀ ਰਾਏ ਲੈ ਕੇ ਵਕੀਲ ਬਹੁਤ ਵਕੀਲ ਵਲੰਟੀਅਰ ਤੌਰ ਤੇ ਅੱਗੇ ਆਏ ਹੋਏ ਨੇ। ਸਾਨੂੰ ਇਹ ਬੜਾ ਮਾਣ ਹੈ। ਪੰਜਾਬ ਦੇ ਵਿੱਚ ਤਾਂ ਇੱਕ ਦਿਨ ਵਕੀਲਾਂ ਨੇ ਕਲਮ ਛੋੜ ਹੜਤਾਲ ਕੀਤੀ ਹੈ ਵੀ ਸਾਡੇ ਆਗੂਆਂ ਤੇ ਪਰ ਝੂਠੇ ਪਰਚੇ ਪਏ ਰੱਦ ਕਰੋ, ਉਹਦੇ ਖਿਲਾਫ। ਤੇ ਨਾਲ ਵਕੀਲਾਂ ਦੀਆਂ ਐਸੋਸੀਏਸ਼ਨਾਂ ਨੇ ਫੈਸਲੇ ਕੀਤੇ ਨੇ ਵੀ ਐਜੀਟੇਸ਼ਨ ਲੜ ਰਹੇ ਕਿਸਾਨਾਂ ਦੇ ਜਿੰਨੇ ਪਰਚੇ ਨੇ, ਕੇਸ ਨੇ, ਫਰੀ ਲੜਾਂਗੇ।
ਤੇ ਇਹਨਾਂ ਮੁੰਡਿਆਂ ਦੀਆਂ ਪੜਤਾਲਾਂ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਟੀਮਾਂ ਸਾਡੀਆਂ। ਤੇ ਕੱਲ ਮੋਰਚੇ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਵੀ ਇੱਕ ਕਮੇਟੀ ਬਣਾਤੀ ਜਿਹੜੀ ਇਹਦੀ ਪੜਤਾਲ ਦੇ ਵਿੱਚ ਉਹ ਲੀਗਲੀ ਥਾਣੇ ਟੂਣੇ ਤੋਂ ਸਾਰੇ ਪੜਤਾਲ ਕਰੂਗੀ। ਉਦੋਂ ਨੂੰ ਪਏ ਹੋਏ ਜੇ ਸਰਕਾਰ ਇਸ ਚੀਜ਼ ਨੂੰ ਹੋਰ ਲੰਬਾ ਲਟਕਾਉਂਦੀ ਹੈ, ਕਿਉਂਕਿ ਬਿਨਾਂ ਸ਼ੱਕ ਜੇ ਪਹਿਲਾਂ ਪੰਜਾਬ ਵਾਲਾ ਵੀ ਸਮਾਂ ਕਾਊਂਟ ਕਰ ਲਿਆ ਜਾਵੇ ਤੇ ਸਾਨੂੰ 5-6 ਮਹੀਨੇ ਹੋ ਹੀ ਗਏ ਆ ਇਸ ਸੰਘਰਸ਼ ਦੇ ਰੂਬਰੂ ਹੁੰਦਿਆਂ। ਸਰਕਾਰ ਜੇ ਹੋਰ ਲੰਬਾ ਲੈ ਕੇ ਜਾਂਦੀ ਹੈ ਤੇ ਕੀ ਜਿਹੜੀ ਆ ਪਲੈਨਿੰਗ ਹੈਗੀ ਹੈ ਜਥੇਬੰਦੀਆਂ ਦੀ ਕਿ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਇਆ ਜਾਊਗਾ ਤੇ ਕਿਸ ਰੂਪ 'ਚ ਅੱਗੇ ਵਧਾ ਸਕਦੇ ਹਾਂ ਅਸੀਂ? ਦੇਖੋ, ਰੂਪ ਤਾਂ ਸੰਘਰਸ਼ ਦੇ ਪੈਂਤੜੇ ਤਾਂ ਮੌਕੇ ਨਾਲ ਮੌਕੇ ਹਾਲਤਾਂ ਮੁਤਾਬਕ ਹੁੰਦੇ ਨੇ, ਹਾਲਤਾਂ ਮੁਤਾਬਕ ਅੰਕੜੇ ਹੁੰਦੇ ਨੇ। ਅਸੀਂ ਲੰਮੇ ਸੰਘਰਸ਼ ਦੀ ਤਿਆਰੀ 'ਚ ਹੈਗੇ ਹਾਂ। ਅਸੀਂ ਸਰਕਾਰ ਨੂੰ ਬਦਨਾਮ ਕਰਨ ਦੀ ਖਾਤਰ, ਲੋਕਾਂ 'ਚ ਆਪਣੀ ਗੱਲ ਲੈ ਕੇ ਜਾਣ ਦੀ ਖਾਤਰ, ਸਰਕਾਰ ਅੰਦੋਲਨ ਦਾ ਸਾਡੇ ਕੋਲ ਸਾਡਾ ਇਹ ਸੰਵਿਧਾਨਕ ਹੱਕ ਹੈ, ਉਹਦੀ ਅਸੀਂ ਵਰਤੋਂ ਕਰਾਂਗੇ। ਪੀਸਫੁਲ ਰਹੇ ਹਾਂ, ਪੀਸਫੁਲ ਰਹਾਂਗੇ, ਪੀਸਫੁਲ ਰਹਿ ਕੇ ਕੋਲ ਨੂੰ ਅੱਗੇ ਤੋਰਾਂਗੇ, ਲੋਕਾਂ ਤੱਕ ਗੱਲ ਲੈ ਕੇ ਜਾਵਾਂਗੇ, ਵੱਡੇ ਅੰਦੋਲਨ ਕਰਾਂਗੇ, ਜਿਉਣਾ ਹਰਾਮ ਕਰ ਦਿਆਂਗੇ ਇਹਨਾਂ ਦਾ। ਕਿੱਥੇ ਤੱਕ ਭੱਜਣਗੇ? ਭੱਜ ਕੇ ਕਿੱਥੇ ਜਾਣਗੇ? ਜਾਣਾ ਤਾਂ ਲੋਕਾਂ 'ਚ ਘੇਰਾਂਗੇ। 22 ਨੂੰ ਉੱਥੇ ਘੇਰਾਂਗੇ, ਦਿੱਲੀ ਵਾਲੀ ਯੂਪੀ 'ਚ ਘੇਰਨਗੇ, ਪੱਛਮੀ ਬੰਗਾਲ ਵਾਲੇ ਪੱਛਮੀ ਬੰਗਾਲ 'ਚ ਘੇਰਨਗੇ। ਕਿੱਥੇ ਜਾਣਗੇ? ਲੋਕਾਂ 'ਚ ਭੱਜ ਕੇ ਕਿੱਧਰ ਜਾਣਗੇ? ਲੋਕ ਘੇਰ ਕੇ ਪੁੱਛਣਗੇ ਸਾਡੇ ਬੰਦੇ ਕਿੱਥੇ ਗਏ, ਜੇਲ੍ਹਾਂ 'ਚ ਕਿਉਂ ਬੰਦ ਕੀਤੇ ਨੇ, ਆਗੂਆਂ ਦੇ ਪਰਚੇ ਕਿਉਂ ਪਾਏ ਨੇ, ਸਾਡੀਆਂ ਸੜਕਾਂ 'ਤੇ ਬੈਠਣ ਨੂੰ ਪੁੱਛਿਆ ਕਿਉਂ ਨਹੀਂ? ਸਵਾਲ ਪੁੱਛਾਂਗੇ, ਘੇਰਾਂਗੇ। ਸਰਕਾਰ ਬੁਖਲਾਈ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਬੈਰੀਗੇਟਿੰਗ ਤੋਂ, ਸ਼ਾਂਤ ਬੈਠੇ ਲੋਕਾਂ ਤੋਂ ਉਹਨੂੰ ਬੜਾ ਖਤਰਾ ਮਹਿਸੂਸ ਹੋ ਰਿਹਾ, ਪਰ ਬਜਟ ਪੇਸ਼ ਹੁੰਦਾ ਤੇ ਉਹਦੇ ਵਿੱਚ ਕਿਸਾਨਾਂ ਦੇ ਹਿੱਤ ਗਾਇਬ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਪਹਿਲਾਂ ਵੀ ਇਹ ਹਿੱਤ ਕਦੋਂ ਆਏ ਸੀ? ਕਿਸਾਨਾਂ ਦੇ ਹਿੱਤ ਤਾਂ ਹਮੇਸ਼ਾ ਹੀ ਗਾਇਬ ਹੁੰਦੇ ਆ। 5 ਪੈਸੇ ਦੇ ਕੇ 50 ਕੱਢਦੇ ਆ, ਲੋਕਾਂ ਦੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਗੋਲ ਮੋੜ ਲਿਆ ਕੇ ਬਜਟ ਕੀ। ਮੈਂ ਪੰਜਾਬੀ ਦੀ ਭਾਸ਼ਾ ਉੱਥੇ ਵਰਤਣਾ ਨਹੀਂ ਚਾਹੁੰਦਾ ਤੇ ਕਿਉਂਕਿ ਤੂੰ ਕੁੜੀ ਹੈ, ਇਸ ਕਰਕੇ ਇਹਨਾਂ ਨੇ ਵੀ ਨਹਾਉਣਾ ਤੇ ਨਿਚੋੜਨ ਵਾਲੀ ਜਿਹੜੀ ਗੱਲ ਹੈ ਉਹ ਹੋਇਆ ਜਾਂ ਕੁਛ ਪੈਂਤੜਾ ਪੰਜਾਬੀ 'ਚ ਹੈਗਾ ਵਾ। ਇਹਨਾਂ ਦੇ ਕੋਲ ਹੈ ਹੀ ਨਹੀਂ ਕੁਛ। ਦੇਸ਼ ਦਾ ਤਾਂ ਪਹਿਲਾਂ ਵੇਚਤਾ, ਖਜ਼ਾਨੇ ਦੇ ਵਿੱਚ ਕੁਛ ਨਹੀਂ। GDP ਡਾਊਨ ਹੈ, ਬੰਦਰਗਾਹਾਂ ਵੇਚਦੀਆਂ, ਕੋਲੇ ਦੀਆਂ ਖਾਣਾ ਵੇਚਦੀਆਂ। ਦੇਸ਼ ਨੂੰ ਤਾਂ ਵੇਚਣ ਤੋਂ ਲੈਣੇ, ਕਿਸੇ ਨੂੰ ਦੇ ਕੀ ਦੇਣਗੇ? ਇਹ ਖੋਹਣ ਤੋਂ ਸੁਭਾਅ, ਇਹ ਕਿਸੇ ਨੂੰ ਦੇ ਕੀ ਦੇਣਗੇ? ਜੇ ਬਜਟ ਦੇ ਵਿੱਚ ਪੈਸਾ ਹੈ, ਪੈਸਾ ਤਾਂ ਕਾਰਪੋਰੇਟ ਘਰਾਣਿਆਂ ਤੋਂ, ਉਹਨਾਂ ਨੂੰ ਜਿਨ੍ਹਾਂ ਨੂੰ ਤੋਂ ਲੈਣਾ ਹੈ ਉਹਨਾਂ ਨੂੰ ਦੇ ਰਹੇ ਨੇ, ਜਿਨ੍ਹਾਂ ਨੂੰ ਦੇਣਾ ਉਹਨਾਂ ਤੋਂ ਖੋਹ ਰਹੇ ਨੇ। ਇਸ ਕਰਕੇ ਬਜਟ ਦੇ ਵਿੱਚੋਂ ਕੀ ਨਿਕਲਣਾ ਸਾਨੂੰ ਤਾਂ ਪਹਿਲਾਂ ਵੀ ਨਹੀਂ ਸੀ ਆਸ, ਹੁਣ ਵੀ ਨਹੀਂ ਆਸ। ਕੰਡਿਆਲੀਆਂ ਤਾਰਾਂ ਲਾਉਣੀਆਂ, ਉਹ ਤਾਰਾਂ ਜਿਨ੍ਹਾਂ ਦੇ ਉੱਤੇ ਪਾਬੰਦੀ ਆ ਉਹ ਤਾਰਾਂ ਲਾਉਣੀਆਂ। ਫਿਰ ਜਿਹੜੀ ਆ ਬੈਰੀਗੇਟਿੰਗ ਟਿਕਰੀ ਜਿਹੜੀ ਆ ਇੱਕ ਸਟੇਜ ਤੋਂ ਸਾਨੂੰ ਪਤਾ ਲੱਗਿਆ ਕਿ ਐਂਬੂਲੈਂਸ ਜਿਹੜੀ ਆ ਲੰਘਣੀ ਸੀ। ਕਿਸਾਨਾਂ ਨੇ ਜਿਹੜਾ ਆਪਣੀ ਬੈਰੀਗੇਟਿੰਗ ਜਾਂ ਜਿੱਥੇ ਵੀ ਕਿਤੇ ਸਟੇਜ ਦੀ ਰੋਕ ਸੀ ਉਹ ਪਾਸੇ ਕਰਕੇ ਜਿਹੜੀ ਐਂਬੂਲੈਂਸ ਲੰਘਾਈ, ਪਰ ਅੱਗੇ ਕਿਉਂਕਿ ਪੱਕੀ ਬੈਰੀਗੇਟਿੰਗ ਆ, ਸੀਮੈਂਟ ਦੇ ਨਾਲ ਪ੍ਰੋਪਰ ਕੰਧਾਂ ਕੱਢੀਆਂ ਗਈਆਂ, ਸੜਕਾਂ ਪੱਟੀਆਂ ਗਈਆਂ, ਪਬਲਿਕ ਪ੍ਰਾਪਰਟੀ ਦਾ ਨੁਕਸਾਨ, ਹਿਊਮਨ ਰਾਈਟਸ ਦੀ ਉਲੰਘਣਾ ਬਾਰ-ਬਾਰ। ਇਹ ਸਾਰੇ ਕਾਸੇ ਨੂੰ ਲੈ ਕੇ ਕੀ ਜਥੇਬੰਦੀਆਂ ਵੀ ਕੋਈ ਇਨ ਫਿਊਚਰ ਪਲਾਨ ਕਰ ਰਹੀਆਂ ਕਿ ਜਿਹੜੀ ਆ ਕਾਨੂੰਨੀ ਚਾਰਾਜੋਈ ਸਰਕਾਰ ਦੇ ਖਿਲਾਫ ਵੀ ਕੀਤੀ ਜਾਵੇ, ਕਿਉਂਕਿ ਹਿਊਮਨ ਰਾਈਟਸ ਦੀ ਬਹੁਤ ਬੁਰੇ ਤਰੀਕੇ ਨਾਲ ਉਲੰਘਣਾ ਹੋ ਰਹੀ ਆ? ਅਸੀਂ ਅਣਮਨੁੱਖੀ ਕਾਰਵਾਈ ਕਦੇ ਵੀ ਨਹੀਂ ਕਰਦੇ। ਸਾਡੇ 'ਚ ਮਨੁੱਖਤਾ ਹੈ, ਅਸੀਂ ਮਨੁੱਖਤਾ ਦੀ ਕਦਰ ਕਰਦੇ ਹਾਂ। ਕੋਈ ਬਿਮਾਰ ਹੈ, ਐਂਬੂਲੈਂਸ ਹੈ, ਸਾਡਾ ਨਾਕਾ ਲੱਗਿਆ, ਵਿੱਚ ਦੀ ਜਾਂਦਾ। ਹੁਣ ਵੀ ਜੇ ਕੋਈ ਬਿਮਾਰ ਠਮਾਰ ਪੈ ਵੀ ਜਾਵੇ, ਕਿਤੇ ਰਸਤੇ 'ਚ ਪੈ ਜਾਏ, ਅਸੀਂ ਇਸ ਗੱਲ ਦੀ ਕਦੇ ਨਹੀਂ। ਸਾਡੇ ਆਹ ਲੋਕ ਨੇ, ਆਹ ਕਮਾਂਡ ਦੇ ਬੈਠੇ ਨੇ, ਕਿਤੇ ਤੰਗ ਹੁੰਦੇ ਨੇ, ਅਸੀਂ ਤੰਗ ਨਹੀਂ ਹੋਣ ਦਿੰਦੇ। ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ, ਕਿੱਡੀ ਵੱਡੀ ਗਿਣਤੀ 'ਚ ਬੈਠੀ ਆ, 22 ਕਿਲੋਮੀਟਰ ਤੱਕ ਸਾਡਾ ਕਾਫਲਾ ਬੈਠਾ। ਤੁਸੀਂ ਜਾ ਕੇ ਸਮਾਜ ਦੇ ਲੋਕਾਂ ਨੂੰ ਪੁੱਛੋ, ਅਸੀਂ ਗਲਤ ਬਿਹੇਵ ਕਿਸੇ ਕੁੜੀ ਨੂੰ, ਕਿਸੇ ਮੁੰਡੇ ਨੂੰ, ਕੋਈ ਮਜ਼ਾਕ, ਕੋਈ ਸ਼ਰਾਰਤ, ਕੋਈ ਚੌੜ, ਕੋਈ ਚੋਰੀ ਚੱਪਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਤਾਂ ਮਨੁੱਖੀ ਕਾਰਵਾਈ ਜਾਣਦੇ ਹਾਂ, ਅਸੀਂ ਮਨੁੱਖ ਹਾਂ। ਇਹ ਮਨੁੱਖ ਨਹੀਂ, ਇਹਨਾਂ 'ਚ ਮਨੁੱਖਤਾ ਦਾ ਮਾਦਾ ਨਹੀਂ। ਜਾਣਨਾ ਚਾਹੁੰਦੀ ਹਾਂ ਕਿ ਜਿਹੜੀ ਇਹ ਹਿਊਮਨ ਰਾਈਟਸ ਦੀ ਉਲੰਘਣਾ ਸਰਕਾਰ ਬਾਰ-ਬਾਰ ਕਰ ਰਹੀ ਆ, ਕੀ ਇਹਨਾਂ ਦੇ ਖਿਲਾਫ ਇਨ ਫਿਊਚਰ ਕੋਈ ਜਥੇਬੰਦੀਆਂ ਜਿਹੜਾ ਕਾਨੂੰਨੀ ਚਾਰਾਜੋਈ ਕਰਨਗੀਆਂ? ਦੇਖੋ, ਕਾਨੂੰਨ ਤੇ ਵੀ ਕਬਜ਼ਾ ਕਰੀ ਬੈਠੇ ਆ। ਅਸੀਂ ਅੱਜ ਦੀ ਘੜੀ ਤਾਂ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਂ ਜੋ ਕੁਛ ਹਾਂ। ਕਾਨੂੰਨ ਵੀ ਸਾਡਾ, ਕੋਰਟ ਵੀ ਸਾਡਾ, ਅਦਾਲਤਾਂ ਵੀ ਸਾਡੀਆਂ, ਪੁਲਿਸ ਵੀ ਸਾਡੀ, ਫੌਜ ਵੀ ਸਾਡਾ। ਅਣਮਨੁੱਖੀ ਇਹਨਾਂ ਨੂੰ ਨਹੀਂ ਲੱਗਦਾ, ਕਿਉਂਕਿ ਇਹ ਸਰਕਾਰ ਹੈ। ਸਰਕਾਰ ਨੂੰ ਤਾਂ ਅਣਮਨੁੱਖੀ ਹਿਊਮਨ ਰਾਈਟਸ ਦੀ ਉਲੰਘਣਾ ਹੱਦ ਹੋਈ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਪਾਕਿਸਤਾਨ ਦੀ ਹੱਦ 'ਤੇ ਅਜੇ ਤੱਕ ਕੰਧ ਨਹੀਂ ਕੱਢੀ, ਉੱਥੇ ਤਾਰ ਲੱਗੀ ਹੋਈ ਹੈ। ਘੱਟੋ ਘੱਟ ਐਂ ਦਾ ਦਿਖਦਾ ਵੀ ਤਾਰ ਦੇ ਪਰਲੇ ਪਾਸੇ ਕੌਣ ਹੈ, ਇੱਥੇ ਕੰਧ ਦੇ ਪਰਲੇ ਪਾਸੇ ਕੌਣ ਹੈ ਸਾਨੂੰ ਦਿਖਦਾ ਨਹੀਂ। ਇੱਥੋਂ ਦੀ ਗੱਡੀਆਂ ਜਾਣੀਆਂ ਸਾਨੂੰ ਦਿਖਦੇ। ਅਸੀਂ ਅੱਜ ਕੰਧ ਕੱਢੀ ਹੈ ਨਾ, ਕੰਧ ਤਾਂ ਹੁਣ ਬੈਠਿਆਂ ਨੂੰ ਸਾਨੂੰ ਕਿੰਨੇ 70 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ, ਅਸੀਂ ਹੁਣ ਤੱਕ ਤਾਂ ਨਾਕਾ ਨਹੀਂ ਤੋੜਿਆ। ਇਹ ਵੀ ਨਾਕਾ ਜਦੋਂ ਹਟਾਇਆ ਹੈ, ਤੁਹਾਡੇ ਯਾਦ ਹੋਣਾ ਚਾਹੀਦਾ, ਇਹ ਨਾਕਾ ਅਸੀਂ ਤੋੜਿਆ ਨਹੀਂ, ਨਾ ਟਿਕਰੀ ਵਾਲਾ ਨਾ ਸਿੰਘੂ ਵਾਲਾ, ਅਸੀਂ ਨਾਕਾ ਨਹੀਂ ਕੋਈ ਤੋੜਿਆ। ਇੱਧਰ ਵੀ ਜੇ ਨਬਜ਼ਗੜ੍ਹ ਨੂੰ ਗਏ ਆ, ਅਸੀਂ ਨਾਕਾ ਨਹੀਂ ਤੋੜਿਆ, ਨਾਕਾ ਇਹਨਾਂ ਨੇ ਖੋਲ੍ਹਿਆ। ਅਸੀਂ ਤਾਂ ਉਹ ਨਾਕਾ ਤਾਂ ਤੁਹਾਡਾ ਹਾਲ ਹੈ ਨਹੀਂ। ਤੁਸੀਂ ਕੰਧ ਕਾਹਦੇ ਵਾਸਤੇ ਕੱਢ ਰਹੇ ਹੋ? ਖਤਰਾ ਕੀ? ਇਹ ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਐਡੇ ਖਤਰਨਾਕ ਲੋਕ ਨੇ, ਬੰਬ ਨੇ ਸਾਡੇ ਕੋਲੇ। ਕਦੇ ਦੇਖਿਆ? ਅਸੀਂ ਡਾਂਗ ਨਹੀਂ ਮਾਰੀ, ਕਦੇ ਕੁੱਤੇ ਦੇ ਡਾਂਗ ਨਹੀਂ ਮਾਰੀ।
ਅਸੀਂ ਤੁਹਾਡੇ ਬੰਦੇ ਵਿੱਚ ਫਿਰਦੇ ਨੇ, ਚਾਹ ਪੀਣ ਰੋਟੀ ਖਾਣਾ, ਅਸੀਂ ਉਹਨਾਂ ਨੂੰ ਕਦੇ ਕੁਝ ਕਿਹਾ ਨਹੀਂ। ਸਾਡੇ ਨੇ, ਉਹ ਕੰਸਟੇਬਲ ਨੇ, ਸਿਪਾਹੀ ਨੇ, ਸਾਡੇ ਨੇ, ਅਸੀਂ ਉਹਨਾਂ ਨੂੰ ਮਾਰਾਂਗੇ? ਅਸੀਂ, ਸਾਡੇ 'ਚ ਮਨੁੱਖਤਾ ਹੈ, ਅਸੀਂ ਜਾਣਦੇ ਹਾਂ। ਇਹ ਦੁਸ਼ਮਣਾਂ, ਸਾਨੂੰ ਦੁਸ਼ਮਣ ਕਿਉਂ ਸਮਝ ਰਹੇ? ਬਹੁਤ ਨਿੰਦਣਯੋਗ ਕਾਰਵਾਈ ਹੈ, ਬਹੁਤ ਹੀ ਮਤਲਬ ਇਹ ਕਹਿ ਦਈਏ ਵੀ ਬਹੁਤ ਹੀ ਘਿਨਾਉਣੀ ਕਾਰਵਾਈ ਹੈ ਇਹ। ਨੈੱਟ ਬੰਦ ਕਰਤਾ, ਪਾਣੀ ਬੰਦ ਕਰਤਾ, ਕੀ ਗੱਲ? ਇੱਥੇ ਕੋਈ ਅਸਲਾ ਬਣਦਾ? ਇੱਥੇ ਕੋਈ ਐਡਾ ਖਤਰਾ ਹੋਗਾ ਦੇਸ਼ ਨੂੰ ਵੀ ਇੱਥੇ ਦੀ ਕੋਈ ਸੂਚਨਾ ਬਾਹਰ ਜਾਵੇ ਨਾ? ਜੋ ਮਰਜ਼ੀ ਕਰੀ ਜਾਓ ਤੁਸੀਂ। ਇਹ ਜਮਹੂਰੀ ਹੱਕਾਂ ਦਾ ਘਾਣ ਨਹੀਂ? ਪੱਤਰਕਾਰ ਫੜ ਕੇ ਅੰਦਰ ਬੰਦ ਕਰਤੇ, ਜਿਹਨੂੰ ਮਰਜ਼ੀ ਪਰਚਾ ਪਾ ਨੂੰ, ਪਹਿਲਾਂ ਬੁੱਧੀਜੀਵੀ ਚੱਕ ਕੇ ਅੰਦਰ ਕਰਤੇ। ਇਹ ਕੀ ਨੇ? ਰਾਕੇਸ਼ ਟਕੈਤ ਸਾਹਿਬ ਦਾ ਨਾਮ, ਭਾਵੇਂ ਕਿ ਬਿਨਾਂ ਸ਼ੱਕ ਸਾਰੇ ਆਗੂਆਂ ਦਾ ਨਾਮ ਪਹਿਲਾਂ ਹੀ ਹਾਈਲਾਈਟ ਹੋਇਆ, ਪਰ ਜਦੋਂ ਅਫਵਾਹਾਂ ਬਣੀਆਂ ਕਿ ਜੀ ਸੰਘਰਸ਼ ਡਾਵਾਂਡੋਲ ਹੋ ਗਿਆ, ਜੀ ਮੋਰਚੇ ਡਾਵਾਂਡੋਲ ਹੋ ਗਏ, ਤੇ ਇਹ ਮੋਰਚੇ ਡਾਵਾਂਡੋਲ ਦੀ ਸਥਿਤੀ ਦੇ ਦੌਰਾਨ ਰਾਕੇਸ਼ ਟਕੈਤ ਸਾਹਿਬ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਤੇ ਨਾਲ ਦੀ ਨਾਲ ਮੈਂ ਜੁੜਵਾਂ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਕੀ ਲੱਗਦਾ ਕਿ ਬੀਜੇਪੀ ਦੀ ਜਿਹੜੀ ਇਹ ਛਵੀ ਆ, ਕਿਤੇ ਨਾ ਕਿਤੇ ਉਹ ਆਪਣਾ ਭੰਡੀ ਪ੍ਰਚਾਰ ਜਿਹੜਾ ਦੂਜਿਆਂ ਸਿਰ ਕਰਕੇ, ਅਗੇਂਸਟ ਕਰਕੇ, ਤੇ ਆਪਣੇ ਆਪ ਨੂੰ ਇਹ ਦਿਖਾ ਰਿਹਾ ਗੋਦੀ ਮੀਡੀਆ ਉਹਨਾਂ ਦੇ ਬਾਰੇ ਕਿ ਬੜੀ ਚੰਗੀ ਸਰਕਾਰ ਹੈਗੀ, ਬੜੀ ਚੰਗੀ ਛਵੀ ਇਹਦੀ ਬਣੀ ਹੋਈ ਆ। ਰਾਕੇਸ਼ ਟਕੈਤ ਸਾਹਿਬ ਦੀ ਭੂਮਿਕਾ ਡਾਵਾਂਡੋਲ ਸੰਘਰਸ਼ ਦੇ ਸੰਦਰਭ 'ਚ ਤੇ ਬੀਜੇਪੀ ਦੀ ਛਵੀ ਦੇ ਬਾਰੇ 'ਚ ਤੁਹਾਨੂੰ ਲੱਗਦਾ ਕਿ ਚੰਗੀ ਛਵੀ ਬਚੀ ਹੋਈ ਹੈ ਉਹਨਾਂ ਦੀ ਹਜੇ ਵੀ? ਦੇਖੋ, ਆਪਾਂ ਉਹ ਚ ਰਾਕੇਸ਼ ਦੀ ਡਾਵਾਂਡੋਲ ਵਾਲੀ ਨਹੀਂ ਕਹਿ ਸਕਦੇ ਆਪਾਂ। ਇੱਕ ਹਾਲਤ ਇਹ ਸੀ ਵੀ ਹਾਲਤ ਗਿਣਤੀ 26 ਤਰੀਕ ਨੂੰ ਘੱਟ ਜ਼ਿਆਦਾ ਮੁੜ ਗਈ ਵਾਪਸ, ਗਿਣਤੀ ਘਟ ਗਈ। ਇਹਦੇ 'ਚ ਇੱਕ ਵਾਰ ਲੱਗਿਆ ਉਹਨੂੰ ਵੀ ਅਟੈਕ ਤਿੱਖਾ ਆ ਗਿਆ, 2 ਅਟੈਕ, ਇੱਕ 26 ਵਾਲੀ ਲਾਲ ਕਿਲੇ ਦੀ ਘਟਨਾ। ਉਦੋਂ ਬਾਅਦ ਸਰਕਾਰ ਨੇ 28 ਤਰੀਕ ਨੂੰ ਇੱਕਦਮ ਉਹਤੇ ਅਟੈਕ ਕਰਨਾ, ਸੰਭਲਣ ਦਾ ਮੌਕਾ ਨਾ ਦੇਣਾ। ਫਿਰ ਵੀ ਉਹ ਸੰਭਲ ਗਏ, ਬਹੁਤ ਵਧੀਆ ਸੰਭਲੇ ਨੇ ਤੇ ਬਹੁਤ ਵਧੀਆ ਸਟੈਂਡ ਲਿਆ ਉਹਨਾਂ ਨੇ। ਹਾਲਾਂਕਿ ਉਹਨਾਂ ਦੇ ਭਰਾ ਵੱਲੋਂ ਤਾਂ ਆ ਗਿਆ ਸੀ ਵੀ ਨਹੀਂ ਕਰ ਲਓ ਚਲੋ, ਫਿਰ ਵੀ ਉਹਨੇ ਬਹੁਤ ਵਧੀਆ ਸਟੈਂਡ ਲੈ ਕੇ ਇਹ ਕਿਹਾ ਵੀ ਮੇਰੇ ਤਾਂ ਗੋਲੀ ਮਾਰ ਦਿਓ, ਮੈਂ ਨਾ ਗ੍ਰਿਫਤਾਰੀ ਦੇਣੀ ਹੈ ਤੇ ਨਾ ਮੈਂ ਨਾਕਾਬਿਲਾ ਕਰਨਾ, ਤੇ ਜੋ ਕੁਛ ਕਰਨਾ। ਤੇ ਭਾਵੁਕ ਹੋ ਕੇ ਜਿਵੇਂ ਉਹ ਮੀਡੀਆ ਸਾਹਮਣੇ ਬੋਲਿਆ, ਉਹਦੇ ਨਾਲ ਲੋਕਾਂ ਦੇ ਹਿਰਦੇ ਰੁਣੇ ਗਏ, ਲੋਕ ਦਿਲ ਜਿੱਤ ਲਏ ਲੋਕਾਂ ਦੇ। ਜਿੰਨੀ ਰਾਤ ਨੂੰ ਲੋਕਾਂ ਨੂੰ ਫੈਸਲੇ ਕਰਨੇ ਵੀ ਹੁਣੀ ਚਲੋ। ਫਿਰ ਨੰਗੀ ਸੜਕ ਦੇ ਉੱਤੇ ਬਿਨਾਂ ਟੈਂਟਾਂ ਤੋਂ ਰਾਤ ਨੂੰ ਰਜਾਈਆਂ ਲੈ ਕੇ ਲੋਕ ਕਿਵੇਂ ਪਏ ਨੇ, ਤੁਸੀਂ ਆਪ ਦੇਖਿਆ। ਜਾਨੀ ਐਂ ਸਮਝੋ ਵੀ ਉਹ ਦੁਨੀਆ ਦੇ ਵਿੱਚ, ਜਿੰਨੀ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਕਿਸਾਨਾਂ ਦੇ ਵਿੱਚ ਬੜੀ ਹਮਦਰਦੀ ਪੈਦਾ ਹੋ ਗਈ ਉਹਨਾਂ ਦੇ ਪ੍ਰਤੀ, ਤੇ ਲੋਕ ਉਵੇਂ ਆਏ ਤੇ ਮੁੜ ਕੇ ਕੋਲ ਦੇਖ ਲਓ ਫਿਰ ਸਿੱਖਾਂ ਦੇ ਬਾਕੀ ਉੱਥੇ ਜਾ ਵੜਿਆ। ਇਹੋ ਜਿਹੀਆਂ ਹਰਕਤਾਂ ਕਰਕੇ ਬੀਜੇਪੀ ਦਾ ਵੋਟ ਬੈਂਕ ਸੇਫ ਹੋ ਰਿਹਾ ਤੁਹਾਨੂੰ ਲੱਗਦਾ? ਬੀਜੇਪੀ ਦੀ ਜਦੋਂ ਅਸੀਂ ਪਹਿਲਾਂ ਗੱਲ ਕਹਿੰਦੇ ਸੀ, ਬੀਜੇਪੀ ਦੀ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹੁੰਦੇ ਸੀ ਵੀ ਆਹ ਬੀਜੇਪੀ ਦੀ ਕਾਰਵਾਈ ਹੈ, ਪ੍ਰੀ ਪਲਾਨਡ ਕਾਰਵਾਈ ਹੈ, ਬਹੁਤ ਸਿਆਣੇ ਲੋਕਾਂ ਤਾਂ ਉਹਦੀ ਸਮਝ ਆ ਗਈ ਸੀ। ਪਰ ਜਿਹੜੇ ਸਧਾਰਨ ਲੋਕਾਂ ਦੀ ਸਮਝ ਉਦੋਂ ਆਈ ਜਦੋਂ ਬੀਜੇਪੀ ਦੇ ਕਾਰਕੁਨ ਜਾ ਕੇ ਅਟੈਕ ਕਰਨ ਲੱਗੇ ਸਿੱਧੇ। ਉਦੋਂ ਵੀ ਬੀਜੇਪੀ ਦੇ ਗਾਜੀਪੁਰ ਦੇ ਵਿੱਚ ਵੀ ਬੀਜੇਪੀ ਦੇ ਆਗੂ ਸੀਗੇ, ਬੀਜੇਪੀ ਦੇ ਵਿਧਾਇਕ, ਬੀਜੇਪੀ ਦੇ ਗੁੰਡੇ, ਉਹ ਗਏ, ਉਹ ਅਟੈਕ ਕਰਨ ਗਏ ਨਾਕਾ ਖਾਲੀ ਕਰਾਉਣ। ਪਲਵਲ ਵਾਲਾ ਵੀ ਉਹਨਾਂ ਨੇ ਖਾਲੀ ਕਰਵਾਇਆ, ਤੇ ਇੱਧਰ ਟਿੱਕਰੀ ਤੇ ਵੀ ਉਹ ਆਏ ਨੇ, ਇੱਧਰ ਵੀ ਮਤਲਬ ਸਿੰਘੂ ਤੇ ਵੀ ਉਹ ਆਏ ਨੇ। ਜਾਨੀ ਲੋਕਾਂ ਦੇ ਵਿੱਚ ਜਦੋਂ ਇਹ ਗਏ, ਬੀਜੇਪੀ ਦੀ ਜਿਹੜੀ ਛਵੀ ਸੀ ਵੀ ਅੱਪ ਕਰਨ ਵਾਲੀ ਛਵੀ, ਅੰਦੋਲਨ ਫੇਲ ਕਰਨ ਦੇ ਵਿੱਚ ਸਫਲ ਹੋ ਗਏ ਜੀ। ਅੰਦੋਲਨ ਪਛਾੜਤਾ ਜੀ, ਅੰਦੋਲਨ ਚੁਕਾਤਾ ਜੀ, ਐਡਾ ਵੱਡਾ ਅੰਦੋਲਨ। ਮੋਦੀ ਸਾਹਿਬ ਨੂੰ ਬੜੀ ਸਕੀਮ ਹੈ, ਬੜੀ ਪਲਾਨ ਹੈ, ਉਹ ਸਾਰੀ ਕੁੱਟੀ ਗਈ ਤੇ ਫੇਲ ਹੋ ਗਈ। ਉਹ ਬਦਨਾਮ ਹੋ ਗਏ ਜਾਨੀ ਲੋਕਾਂ ਦੇ ਵਿੱਚ। ਹੁਣ ਉਹ ਅਸੀਂ ਉੱਤੋਂ ਦੀਆਂ ਉਹ ਟਹਿਲੇ ਨੇ। ਮੇਰਾ ਲਾਸਟ ਸਵਾਲ ਇਹ ਹੈ ਕਿ ਹੁਣ ਇਹ ਸਭ ਕਾਸੇ ਤੋਂ ਬਾਅਦ ਸਰਕਾਰ ਆਪਣੀ ਜਿਹੜੀ ਪੂਰੀ ਤਨਦੇਹੀ ਨਾਲ ਜ਼ੋਰ ਲਾ ਚੁੱਕੀ, ਜਿਹੜਾ ਸੰਘਰਸ਼ ਟਸ ਤੋਂ ਮਸ ਨਹੀਂ ਹੋਇਆ, ਉਲਟਾ ਉਹਦੀਆਂ ਇਹ ਨੀਤੀਆਂ ਜਿਹੜੀਆਂ ਪੁੱਠੀਆਂ ਪੈ ਗਈਆਂ। ਲੋਕ ਪਹਿਲਾਂ ਜਿਹੜੇ ਘਰੇ ਬੈਠੇ ਸੀ ਉਹ ਵੀ ਜਿਹੜੇ ਆ ਦਿੱਲੀ ਆ ਕੇ ਬੈਠ ਗਏ ਹੋਏ ਆ। 3-4 ਬਾਰਡਰਸ ਦੇ ਉੱਤੇ ਜਿਹੜੀ ਆ ਪੂਰੀ ਜਿਹੜੀ ਆ ਕਹਿ ਸਕਦੇ ਰੌਣਕ ਲੱਗੀ ਹੋਈ ਹੈ, ਚੜ੍ਹਦੀ ਕਲਾ ਦੇ ਵਿੱਚ ਮੋਰਚੇ ਹੈਗੇ ਆ। ਇਸ ਵੇਲੇ ਹੁਣ ਸਰਕਾਰ ਦੇ ਨਾਲ ਗੱਲਬਾਤ ਦੇ ਕੀ ਅਸਾਰ ਨਜ਼ਰ ਆ ਰਹੇ ਆ? ਪਹਿਲ ਦੀ ਉਮੀਦ ਕਿਹਦੇ ਤੋਂ ਕੀਤੀ ਜਾ ਰਹੀ ਆ? ਹੁਣ ਅਸੀਂ ਇਹ ਵੀ ਆਪਦੇ ਤੇਵਰ ਦਿਖਾਵਾਂਗੇ ਨਾ। ਅਸੀਂ ਸਾਡਾ ਮੌਕਾ ਹੈ ਨਾ। ਹੁਣ ਉਹਨੇ ਤਾਂ ਆਪਦਾ ਹਮਲਾ ਕਰ ਲਿਆ, ਅਸੀਂ ਹੁਣ ਹਮਲਾ ਝੱਲ ਲਿਆ। ਇਦੋਂ ਪਿੱਛੇ ਹੁਣ ਤਾਂ ਅਸੀਂ ਕਰਨਾ ਨਾ। ਅਸੀਂ ਅਟੈਕ ਤੇ ਹਾਂ। ਅਸੀਂ ਹਿੰਦੁਸਤਾਨ ਨੂੰ ਸੀਖ ਪਰ ਖੜਾ ਕਰ ਦਿਆਂਗੇ। ਜਿਹੜੇ ਸਿੱਟਿਆਂ ਦੇ ਵਿੱਚ ਅਜੇ ਤੱਕ ਇਹ ਅੰਦੋਲਨ ਨਹੀਂ ਹੋਇਆ ਉੱਥੇ ਲੈ ਕੇ ਜਾਵਾਂਗੇ। ਅਸੀਂ ਉਹਨੂੰ ਲੰਮਾ ਕਰਾਂਗੇ। ਅਸੀਂ ਹੋਰ ਲੜਾਂਗੇ, ਹੋਰ ਸੰਘਰਸ਼ ਕਰਾਂਗੇ। ਇੱਥੋਂ ਪਲਾਨ ਦਿਆ ਕਰਾਂਗੇ ਸਾਰੀਆਂ ਸਟੇਟਾਂ ਦੇ ਵਿੱਚ। 6 ਤਰੀਕ ਨੂੰ ਤੁਸੀਂ ਦੇਖੋ ਵੀ ਕੀ ਹੁੰਦਾ। ਉਦੋਂ ਪਿੱਛੋਂ ਫਿਰ ਕੋਈ ਭਾਰਤ ਬੰਦ ਦਾ ਸੱਦਾ ਆ ਸਕਦਾ। ਜਿਹੜੀਆਂ ਸਟੇਟਾਂ ਦੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾ ਸਕਦੀਆਂ, 2 ਸਟੇਟਾਂ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜਾਂ ਹਰਿਆਣੇ ਦੇ ਕਿਸੇ ਸ਼ਹਿਰ ਦੇ ਵਿੱਚ, ਜਾਂ ਬੰਗਲੌਰ ਦੇ ਕਿਸੇ ਸ਼ਹਿਰ ਦੇ ਵਿੱਚ, ਯੂਪੀ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ, ਹਰਿਆਣੇ ਦੇ ਕਿਸੇ ਸ਼ਹਿਰ ਦੇ, ਰਾਜਸਥਾਨ ਦੇ ਕਿਸੇ ਸ਼ਹਿਰ ਦੇ ਵਿੱਚ, ਇਸ ਤਰ੍ਹਾਂ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਸਕਦੀਆਂ ਲੋਕਾਂ ਨੂੰ ਹਾਈਲਾਈਟ ਕਰਨ ਦੀ ਖਾਤਰ, ਉਹਨੂੰ ਬਦਨਾਮ ਕਰਨ ਦੀ ਖਾਤਰ। ਅਸੀਂ ਪਾ ਦਾਂਗੇ ਧਮੂਕਾ। ਵਿਹਲੇ ਹਾਂ ਹੁਣ ਤਾਂ, ਅਸੀਂ ਇਸੇ ਕੰਮ ਤੇ ਹਾਂ ਤੇ ਸਰਕਾਰ ਨੂੰ ਵਕਤ ਪਾ ਦਿਆਂਗੇ। ਨਾਲ ਇਹ ਮੋਰਚੇ ਚੱਲਣਗੇ, ਨਾਲ ਉਧਰ ਚੱਲਣਗੇ, ਜਿੰਨੀ ਸਾਰਾ ਕੁਝ ਚੱਲੂਗਾ। ਇਹਨੂੰ ਮਜਬੂਰ ਕਰਾਂਗੇ। ਇਹਦੇ ਜੜ੍ਹਾਂ ਇੱਥੇ ਲੋਕਾਂ ਜੜ੍ਹਾਂ ਨੇ। ਲੋਕਾਂ ਨੂੰ ਸੀਖ ਪਰ ਇਹਨਾਂ ਦੇ ਖਿਲਾਫ ਖੜੇ ਕਰਨਾ। ਕੀ ਤੁਹਾਨੂੰ ਲੱਗ ਰਿਹਾ ਕਿ ਸਰਕਾਰ ਜਿਹੜੀ ਆ ਆਪ ਗੱਲਬਾਤ ਦੇ ਲਈ ਹੱਥ ਅੱਗੇ ਵਧਾਊਗੀ ਤੇ ਕਿਤੇ ਨਾ ਕਿਤੇ ਤੁਸੀਂ ਜਿਹੜੇ ਦੱਸ ਰਹੇ ਹੋ ਕਿ ਤੇਵਰ ਜਿਹੜੇ ਹੁਣ ਸੰਘਰਸ਼ ਦੇ ਹੋਣਗੇ ਉਹ ਸਰਕਾਰ ਨੂੰ ਗੋਡਿਆਂ ਪਰ ਲਿਆਉਣ ਦੇ ਤੇਵਰ ਹੋਣਗੇ?
ਵਧਾਉਣਾ ਹੀ ਪੈਣਾ, ਸਰਕਾਰ ਨੂੰ ਵਧਾਉਣ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਸਰਕਾਰ ਕੋਲੇ ਫਰਿਆਦੀ ਹਾਂ, ਅਸੀਂ ਫਰਿਆਦ ਲੈ ਕੇ ਗਏ ਹਾਂ ਸਰਕਾਰ ਕੋਲੇ। ਸਰਕਾਰ ਦੇ ਹੱਕ ਬਣਦਾ ਵੀ ਦੱਸੋ ਭਾਈ ਤੁਹਾਨੂੰ ਕੀ ਤਕਲੀਫ ਹੈ, ਭਾਈ ਤੁਹਾਨੂੰ ਪਹਿਲਾਂ ਗੱਲ ਦੱਸੀ ਸੀ ਉਹ ਪ੍ਰਪੋਜ਼ਲ ਜੇ ਮਨਜ਼ੂਰੀ ਨਹੀਂ, ਜੇ ਦੂਜੀ ਤੇ ਰਾਏ ਕਰ ਲੈਂਦੇ ਆ, ਆਹ ਕਰ ਲੈਂਦੇ ਆ, ਆਹ ਦੱਸੋ, ਆਹ ਕਰ ਦਿੰਦੇ ਆ ਵੀ ਕਾਨੂੰਨ ਹੀ ਨੇ ਯਾਰ, 2 ਕਾਗਜ਼ ਦੇ ਟੁਕੜੇ ਨੇ, ਵਾਪਸ ਕਰੋ। ਕਿੰਨੀ ਵਾਰੀ ਕਾਨੂੰਨ ਬਣਾਏ ਨੇ, ਕਿੰਨੀ ਵਾਰੀ ਤੁਸੀਂ ਅਪੀਲ ਕੀਤੇ ਨੇ, ਇਹ ਗੱਲ ਕੀ ਹੈ? ਕਰਦੀ ਹੈ ਸਰਕਾਰਾਂ ਬਣਾਏ, ਜੇ ਲੋਕਾਂ ਦੇ ਕੋਈ ਕਾਨੂੰਨ ਬਣਾਇਆ ਤੁਹਾਡਾ ਫਿੱਟ ਨਹੀਂ ਆਇਆ ਤਾਂ ਵਾਪਸ ਲੈਣ 'ਚ ਭਲਾ ਕੀ ਹੈ? ਇਹ ਕਰ ਲੈਣ ਤੇ ਅੰਦੋਲਨ ਨੂੰ ਖਤਮ ਕਰਨਾ ਸੀ ਘਰ ਨੂੰ, ਜੇ ਤੁਸੀਂ ਆਪਦੇ ਘਰੇ ਰਹੋ। ਰਾਜ ਅਸੀਂ ਕਰਨਾ ਨਹੀਂ, ਚੋਣ ਅਸੀਂ ਲੜਨੀ ਨਹੀਂ, ਨਾ ਅਸੀਂ ਮੰਤਰੀ ਬਣਨਾ ਨਾ ਸ਼ਾਂਤਰੀ ਬਣਨਾ, ਅਸੀਂ ਆਪਦੀਆਂ ਰੋਟੀਆਂ ਪਕਾ ਕੇ ਖਾਈ ਜਾਏ, ਤੁਸੀਂ ਆਪਦਾ ਜੋ ਮਰਜ਼ੀ ਕਰੀ ਜਾਓ ਭਾਈ, ਸਾਨੂੰ ਛੱਡੋ, ਵਿਹਲੇ ਕਰੋ। ਇਹ ਵੀ ਇੱਕ ਸਵਾਲ ਆਉਂਦਾ ਲੋਕਾਂ ਦੇ ਵੱਲੋਂ ਕਿ ਲੋਕ ਜਿਹੜੇ ਆ ਜਿਹੜੇ ਪੰਜਾਬ ਦੇ ਸਾਡੇ ਹਾਕਮ ਚੁਣੇ ਹੋਏ ਸੀ, ਕਿਤੇ ਨਾ ਕਿਤੇ ਜੇ ਉਹ ਚਾਹੁੰਦੇ ਤੇ ਲੋਕਾਂ ਨੂੰ ਦਿੱਲੀ ਦਾ ਆਉਣਾ ਹੀ ਨਹੀਂ ਸੀ ਪੈਣਾ, ਜੇ ਪਿੱਛੇ ਹੀ ਉਹ ਪਹਿਲਾਂ ਹੀ ਦਿੱਲੀ ਨੂੰ ਘੂਰਨ ਦੇ ਲਈ ਆਪ ਹੀ ਆਪਣਾ ਜਿਹੜਾ ਆਪਣੇ ਆਪ ਨੂੰ ਮੂਹਰੇ ਕਰ ਦਿੰਦੇ। ਇਹ ਚੀਜ਼ਾਂ ਵੀ ਆਉਂਦੀਆਂ ਲੋਕਾਂ ਦੇ ਵੱਲੋਂ ਕਿ ਉਹ ਪੰਜਾਬ ਦੇ ਜਿਹੜੇ ਹਾਕਮਾਂ ਤੋਂ ਤਾਂ ਸਤੇ ਹੋਏ ਆ ਤੇ ਕਿਉਂ ਜਿਹੜੇ ਕਿਸਾਨ ਆਗੂ ਇਹ ਨਹੀਂ ਚਾਹੁੰਦੇ ਕਿ ਉਹ ਅੱਗੇ ਆ ਕੇ ਜਿਹੜਾ ਆਪਣੀ ਜਿਹੜੀ ਇੱਕ ਸਰਕਾਰ ਖੜੀ ਕਰਨ। ਲੋਕਾਂ ਨੂੰ ਉਹਨਾਂ ਤੇ ਭਰੋਸਾ ਹੀ ਨਹੀਂ ਰਿਹਾ। ਇਹ ਇਕੱਠੇ ਖਾਂਦੇ ਪੀਂਦੇ ਆ, ਇਹ ਸਾਰੇ ਇੱਕੋ ਜਿਹੇ ਆ, ਇਹਨਾਂ ਦੀਆਂ ਸਾਂਝਾਂ ਪੱਕੀਆਂ ਨੇ, ਇਹਨਾਂ ਦੀਆਂ ਜੜ੍ਹਾਂ ਇੱਕ ਥਾਂ ਦੇ, ਪਾਲਿਸੀਆਂ ਨੀਤੀਆਂ ਤੇ ਇੱਕ ਨੇ, ਲੁੱਟਣਾ ਤੇ ਕੁੱਟਣਾ ਇਹਨਾਂ ਦਾ ਕਿਸੇ ਨਾ ਕਿਸੇ ਥਾਂ ਤੇ ਇੱਕ ਸਾਂਝ ਰਹੀ ਹੈ, ਪਾਲਿਸੀ ਹੈ। ਇਹਨਾਂ ਨੇ ਕਹਿਣਾ ਕੁਛ ਹੁੰਦਾ, ਕਰਨਾ ਕੁਛ ਹੁੰਦਾ, ਇਹਨਾਂ ਦੀ ਇੱਕ ਸਾਂਝ ਬਣੀ ਹੋਈ ਹੈ। ਇਹ ਰਾਏ ਨੇ, ਇਹਨਾਂ ਦੀਆਂ ਰਿਸ਼ਤੇਦਾਰੀਆਂ ਇਕੱਠੀਆਂ ਨੇ, ਇਹਨਾਂ ਦੀਆਂ ਜਾਤਾਂ ਇਕੱਠੀਆਂ ਨੇ। ਇਹਦੇ ਕੱਪੜਿਆਂ ਤੋਂ ਦੇਖ ਕੇ ਫਰਕ ਨਾ ਸਮਝੋ ਵੀ ਇਹ ਬੀਜੇਪੀ ਵਾਲੇ ਆ, ਕਾਂਗਰਸ ਵਾਲੇ ਆ। ਅੱਜ ਜਿੰਨੇ ਬੀਜੇਪੀ 'ਚ ਨੇ ਪਹਿਲਾਂ ਸਾਰੇ ਕਾਂਗਰਸ 'ਚ ਹੁੰਦੇ ਸੀ, ਜਿਹੜੇ ਕਾਂਗਰਸ ਦੇ ਵਿੱਚ ਕਿੰਨੇ ਨੇ ਪਹਿਲਾਂ ਬੀਜੇਪੀ 'ਚ ਹੁੰਦੇ। ਤਾਂ ਇਹਨਾਂ ਦਾ ਪਤਾ ਨਹੀਂ, ਰਾਤੋਂ ਰਾਤ ਕੱਪੜੇ ਬਦਲ ਲੈਂਦੇ ਆ। ਇਹ ਸਾਰੇ ਇੱਕੋ ਹੀ ਨੇ। ਇਹ ਲੁੱਟਣ ਕੁੱਟਣ ਦੇ ਵਿੱਚ ਇਹਨਾਂ ਦੀ ਕੋਈ ਫਰਕ ਨਹੀਂ। ਤੁਹਾਨੂੰ ਐਵੇਂ ਲੱਗਦਾ ਵੀ ਇੱਕ ਦੂਜੇ ਦੇ ਦੁਸ਼ਮਣ ਨੇ। ਇਹਨਾਂ ਦਾ ਸਿਰਫ ਇੱਕੋ ਹੀ ਰੌਲਾ ਵੀ ਕੁਰਸੀ ਦਾ, ਕੁਰਸੀ ਹਾਸਲ ਕਰਨ ਦੀ ਖਾਤਰ, ਹਥਿਆਉਣ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਨੇ। ਉਹ ਤਾਂ ਨੇੜੇ ਨਹੀਂ ਜਾਂਦੇ ਕਿਸਾਨਾਂ ਮਜ਼ਦੂਰਾਂ ਦੇ। ਸੋ ਇਹ ਸਨ ਜੋਗਿੰਦਰ ਸਿੰਘ ਉਗਰਾਹਾਂ ਜੀ। ਮੋਰਚੇ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਹਨ ਤੇ ਏਕਾ ਜਿਹੜਾ ਬਣਾਈ ਰੱਖਣ ਦੀ ਵਾਰ-ਵਾਰ ਜਿਹੜੀ ਗੁਜ਼ਾਰਿਸ਼ ਸਾਰਿਆਂ ਵੱਲੋਂ ਕੀਤੀ ਜਾ ਰਹੀ ਹੈ।